ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਵਰ ਛਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮਸਲਿਆਂ ਤੇ ਵਿਸਥਾਰ ਦੇ ਨਾਲ ਵਿਚਾਰ ਚਰਚਾ ਕਰਦੀਆਂ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਵੱਡੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ। ਗੱਲਬਾਤ ਰਹੇਗੀ ਪੰਜਾਬ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਦਾ ਇੱਕ ਵਾਰ ਫਿਰ ਟਵੀਟ ਆਇਆ। ਇਸ ਟਵੀਟ ਦੇ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਜ਼ਿਕਰ ਹੋ ਚੁੱਕਿਆ ਹੈ। ਇਸ ਤਾਂ ਹੁਣ ਆਉਣ ਵਾਲੇ ਦਿਨਾਂ ਦੀ ਸਿਆਸਤ ਤੇ ਅਸਰ ਤੇ ਆਖਿਰਕਾਰ ਨਵਜੋਤ ਸਿੰਘ ਸਿੱਧੂ ਦੇ ਟਵੀਟਾਂ ਦਾ ਮਤਲਬ ਕੀ ਹੈ, ਇਸ ਦੇ ਉੱਤੇ ਗੱਲਬਾਤ ਰਹੇਗੀ। ਤੇ ਨਾਲ ਹੀ ਗੱਲ ਕਰਾਂਗੇ ਦੇਸ਼ ਦੇ ਵਿੱਚ ਆਕਸੀਜਨ ਨੂੰ ਲੈ ਕੇ ਲਗਾਤਾਰ ਖੜੇ ਹੋਏ ਵਿਵਾਦਾਂ ਦੇ ਉੱਤੇ ਅਤੇ ਉਸ ਨੂੰ ਲੈ ਕੇ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਮੀਟਿੰਗਾਂ ਕਰ ਰਹੇ ਨੇ, ਉਸ ਦੀ ਗੱਲਬਾਤ ਰਹੇਗੀ। ਤੇ ਨਾਲ ਹੀ ਗੱਲਬਾਤ ਜੋ ਸਿੱਟ ਖਾਰਜ ਕੀਤੀ ਗਈ ਹੈ ਹਾਈ ਕੋਰਟ ਦੇ ਵੱਲੋਂ, ਉਸ ਦੀ ਜੋ ਬਾਹਰ ਆਈ ਲਿਸਟ ਹੈ ਉਸ ਦੇ ਵਿੱਚ ਕੀ ਕੁਝ ਖਾਸ ਜੋ 99 ਪੰਨੇ ਨੇ ਉਹਨਾਂ ਪੰਨਿਆਂ ਦੇ ਵਿੱਚ ਕੀ ਕੁਝ ਖਾਸ ਰਿਹਾ ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਤੇ ਨਾਲ ਹੀ ਗੱਲਬਾਤ ਹੋਰ ਖਾਸ ਮਸਲਿਆਂ ਤੇ ਰਹੇਗੀ। ਕਿੱਥੋਂ ਆਕਸੀਜਨ ਦਾ ਪ੍ਰਬੰਧ ਪੂਰੇ ਮੁਲਕ ਦੇ ਵਿੱਚ ਹੋ ਰਿਹਾ ਹੈ, ਕਿਹੜੀਆਂ ਸੰਸਥਾਵਾਂ ਅੱਗੇ ਆਈਆਂ ਨੇ, ਉਹਨਾਂ ਦੀ ਵੀ ਗੱਲਬਾਤ ਇਸੇ ਤਰ੍ਹਾਂ ਨਾਲ ਰੱਖਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਕਰਕੇ ਚਰਚਾਵਾਂ ਤੇ ਗੱਲਬਾਤ ਹੈ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ ਜੀ, ਸਾਰੇ ਪੰਜਾਬੀਆਂ ਦਾ। ਡੱਲਾ ਜੀ ਸਭ ਤੋਂ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਦੇ ਵੱਲ ਰੁਖ ਕਰੀਏ। ਨਵਜੋਤ ਸਿੰਘ ਸਿੱਧੂ ਇੱਕ ਤੋਂ ਬਾਅਦ ਇੱਕ ਅਜਿਹੇ ਟਵੀਟ ਕਰ ਰਹੇ ਨੇ ਕਿ ਖੁੱਲ੍ਹ ਕੇ ਹੁਣ ਨਾਮ ਲੈਣ ਦੇ ਉੱਤੇ ਆ ਗਏ ਨੇ। ਪਹਿਲਾਂ ਉਹ ਗ੍ਰਹਿ ਮੰਤਰੀ ਦੀ ਗੱਲ ਕਰਦੇ ਸੀ, ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਨਾਮ ਲੈ ਗਏ ਨੇ ਟਵੀਟ ਦੇ ਵਿੱਚ। ਹੁਣ ਇਹਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਦੇਖੋ, ਮੈਂ ਤਾਂ ਇਹ ਦੇਖ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਸਪਸ਼ਟ ਤੌਰ ਤੇ ਜਿਹੜੇ ਬੇਅਦਬੀਆਂ ਦੇ ਮਾਮਲੇ ਸੀ, ਜਿਹੜਾ ਗੋਲੀकांड ਦਾ ਮਾਮਲਾ ਸੀ, ਉਹਦੇ ਇਨਸਾਫ ਨੂੰ ਲੈ ਕੇ ਐਲਾਨੇ ਜੰਗ ਕਰ ਰੱਖਿਆ, ਕਿਉਂਕਿ ਇਹ ਬਹੁਤ ਵੱਡਾ ਮੁੱਦਾ ਹੈ, ਸਾਰਿਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਇਹਦੇ ਤੇ 2 ਕਮਿਸ਼ਨ ਬਣੇ, ਜੋਰਾ ਸਿੰਘ ਕਮਿਸ਼ਨ ਬਣਿਆ, ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ, 2 ਸਿੱਟਾਂ ਬਣੀਆਂ। ਪਹਿਲੀ ਸਿੱਟ ਬਣੀ ਸੀ ਜਿਹੜੇ ਉਸ ਵੇਲੇ ਦੇ IGC ਵੱਡੇ ਅਫਸਰ ਸੀ ਸਹੋਤਾ ਸਾਹਿਬ, ਇਕਬਾਲਦੀਪ ਸਿੰਘ ਸਹੋਤਾ, ਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਸੀ। ਦੂਸਰੀ ਸਿੱਟ ਪ੍ਰਬੋਧ ਕੁਮਾਰ ਦੀ ਅਗਵਾਈ ਦੇ ਵਿੱਚ ਬਣਾਈ ਸੀ, ਜਿਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਮੈਂਬਰ ਸੀ। 2 ਸਿੱਟਾਂ ਸੀ, 2 ਸਿੱਟਾਂ ਬਣ ਚੁੱਕੀਆਂ, 2 ਕਮਿਸ਼ਨ ਬਣ ਚੁੱਕੇ, ਪਰ ਮਾਮਲਾ ਅੱਜ ਵੀ ਦੁਚਿੱਤੀ ਵਾਲੀ ਸਥਿਤੀ 'ਚ ਖੜਾ ਹੈ। ਹੁਣ ਅਦਾਲਤ ਨੇ, ਜਿਵੇਂ ਤੁਸੀਂ ਦੱਸਿਆ ਕਿ ਅਦਾਲਤ ਦਾ ਜਿਹੜਾ ਵਿਸਥਾਰ 'ਚ ਆਰਡਰ ਆਇਆ ਉਹਦੇ ਵਿੱਚ ਕਈ ਖਾਮੀਆਂ ਨੇ ਜਿਹੜੀਆਂ ਨਜ਼ਰ ਆਉਂਦੀਆਂ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ। ਉਹਦੇ ਤੇ ਵੀ ਮੈਂ ਗੱਲ ਕਰੂੰਗਾ, ਤੁਸੀਂ ਮੈਨੂੰ ਸਵਾਲ ਕਰਨਾ ਹੈ। ਪਰ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਹੁਣ ਤਾਜ਼ਾ ਟਵੀਟ ਕੀਤਾ ਕੱਲ, ਉਹਦੇ 'ਚ ਪੰਜਾਬ ਦੇ ਮੁੱਖ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਦਾ ਸਿੱਧੇ ਤੌਰ ਤੇ ਨਾਮ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਇਹ ਕਿਹਾ ਗਗਨ ਜੀ ਕਿ ਇਹਨਾਂ ਦੋਹਾਂ ਦਾ ਨਾਮ FIR 'ਚ ਕਿਉਂ ਨਹੀਂ ਦਰਜ ਕੀਤਾ ਗਿਆ ਔਰ ਇਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ। ਇਹ ਸਿੱਧੀ ਗੱਲ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਤੀ, ਜਿਹਦੇ ਨਾਲ ਇੱਕ ਸਿਆਸੀ ਧਰਥੱਲੀ ਬਣ ਗਈ। ਔਰ ਮੈਂ ਤਾਂ ਇਹ ਕਹੂੰਗਾ ਕਿ ਨਵਜੋਤ ਸਿੰਘ ਸਿੱਧੂ ਸਿੱਧੇ ਤੌਰ ਤੇ 75-25 ਦੀ ਗੱਲ ਕਰ ਰਿਹਾ। ਹੁਣ ਸਿੱਧਾ ਇਸ਼ਾਰਾ ਨਵਜੋਤ ਸਿੰਘ ਸਿੱਧੂ ਦਾ 75-25 ਦਾ ਹੈ ਕਿ ਉੱਚ ਸਿਆਸੀ ਲੀਡਰ ਨੇ ਕਿਤੇ ਨਾ ਕਿਤੇ ਉਹਨਾਂ ਦੀ ਆਪਸ ਦੇ ਵਿੱਚ ਸਾਂਝ ਹੈ, ਇਸੇ ਕਰਕੇ ਅਜਿਹੇ ਮਾਮਲਿਆਂ ਦੇ ਵਿੱਚ ਕਾਰਵਾਈ ਨਹੀਂ ਹੁੰਦੀ ਤੇ ਕਮਿਸ਼ਨ ਤੇ ਸਿੱਟ ਬਣਦੀ ਰਹਿੰਦੀ ਹੈ। ਹੁਣ ਤਾਂ ਹਾਈ ਕੋਰਟ ਨੇ ਵੀ ਕਹਿਤਾ ਵੀ ਨਵੀਂ ਸਿੱਟ ਬਣਾਓ ਤੇ ਇਹ ਸਿੱਟ 6 ਮਹੀਨਿਆਂ ਦੇ ਵਿੱਚ ਆਪਣੀ ਰਿਪੋਰਟ ਦੇਵੇ। ਸੋ ਹਾਈ ਕੋਰਟ ਦੀ ਭਾਵਨਾ ਤੇ ਸਵਾਲ ਨਹੀਂ ਖੜਾ ਹੁੰਦਾ, ਪਰ ਸਿੱਟ 6 ਮਹੀਨਿਆਂ 'ਚ ਗਗਨ ਮੈਨੂੰ ਲੱਗਦਾ ਨਹੀਂ ਆਪਣੀ ਜਾਂਚ ਮੁਕੰਮਲ ਕਰ ਲੂ। ਕਿਉਂਕਿ ਸਿੱਟ ਨੇ ਇਹ ਕਹਿਤਾ ਵੀ ਤੁਸੀਂ IG ਕੁੰਵਰ ਵਿਜੇ ਪ੍ਰਤਾਪ ਨੂੰ ਨਹੀਂ ਇਸ ਜਾਂਚ 'ਚ ਰੱਖਣਾ। ਇਹਦਾ ਮਤਲਬ ਹੈ ਕਿ ਪਿਛਲੀ ਜਿਹੜੀ ਜਾਂਚ ਰਿਪੋਰਟ ਹੈ ਉਹਨੂੰ ਵੀ ਸ਼ਾਮਲ ਨਹੀਂ ਕਰ ਸਕੂਗੀ ਨਵੀਂ ਸਿੱਟ। ਸੋ ਨਵੀਂ ਸਿੱਟ ਨਵੇਂ ਸਿਰੇ ਤੋਂ ਕੰਮ ਕਰੂਗੀ। ਕਿੱਥੋਂ ਨਵੀਂ ਸਿੱਟ ਨੂੰ ਕੀ ਗਵਾਹ ਮਿਲ ਜਾਣਗੇ, ਕਿ ਸਾਰੇ ਗਵਾਹ ਉਸੇ ਤਰ੍ਹਾਂ ਗਵਾਹੀਆਂ ਦੇਣਗੇ, ਮੌਕੇ ਵਾਰਦਾਤ ਤੋਂ ਕੀ ਕੋਈ ਸਬੂਤ ਨਵੀਂ ਸਿੱਟ ਨੂੰ ਮਿਲ ਜਾਊਗਾ। ਨਵੀਂ ਸਿੱਟ ਇੱਕ ਵਾਰੀ ਫੇਰ ਨਵੇਂ ਸਿਰੇ ਤੋਂ ਸਾਰਾ ਕੰਮ ਕਰੂਗੀ। ਕੀ ਵੱਡੇ ਲੀਡਰਾਂ ਤੋਂ ਫੇਰ ਤੋਂ ਪੁੱਛਗਿੱਛ ਕਰਨ ਦੀ ਲੋੜ ਪਊਗੀ, ਪੁੱਛਗਿੱਛ ਹੋਊਗੀ, ਪੁੱਛਗਿੱਛ ਨਹੀਂ ਹੋਊਗੀ। ਸੋ ਬਹੁਤ ਸਾਰਾ ਜਿਹੜੇ ਸਵਾਲ ਨੇ ਗਗਨ ਉਹ ਬਣ ਗਏ ਨੇ। ਪਰ ਨਵਜੋਤ ਸਿੰਘ ਸਿੱਧੂ ਨੇ ਇੱਕ ਗੱਲ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਭਾਵੇਂ ਇਕੱਲਾ ਚੱਲ ਰਿਹਾ ਹੈ, ਪਰ ਇਸ ਮੁੱਦੇ ਤੇ ਨਵਜੋਤ ਸਿੰਘ ਸਿੱਧੂ ਨੇ ਇਹ ਕਹਿ ਦਿੱਤਾ ਕਿ ਭਾਵੇਂ ਮੈਂ ਇਕੱਲਾ ਪਰ ਮੈਂ ਸੱਚ ਨਾਲ ਤੇ ਇਨਸਾਫ ਨਾਲ ਖੜਿਆ। ਇਸ ਕਰਕੇ ਲੋਕਾਂ ਨੂੰ ਆਸ ਬਣੀ ਹੈ ਕਿ ਸਾਨੂੰ ਇਸ ਸਰਕਾਰ ਨੇ ਅਗਰ ਇਨਸਾਫ ਨਾ ਦਿੱਤਾ ਤੇ ਸਾਨੂੰ ਉਸ ਸ਼ਖਸ ਦੀ ਕਿਸੇ ਦੀ ਤਲਾਸ਼ ਕਰਨੀ ਪੈਣੀ ਹੈ ਜਿਹੜਾ ਸੱਚਮੁੱਚ ਇਨਸਾਫ ਦੇਣ ਦਾ ਵਾਅਦਾ ਰੱਖਦਾ ਹੋਵੇ, ਗੱਲੀ ਬਾਤੀ ਨਾ ਸਾਰੀ। ਸੋ ਮੇਰੇ ਕਹਿਣ ਦਾ ਭਾਵ ਹੈ ਕਿ 2022 ਤੋਂ ਪਹਿਲਾਂ ਦੇਖੋ ਆਮ ਲੋਕਾਂ ਦੇ ਹੱਥ 'ਚ ਗਗਨ ਕੀ ਹੁੰਦਾ ਹੈ, ਆਮ ਲੋਕ ਕਿਸ ਤੋਂ ਮੰਗ ਸਕਦੇ ਨੇ। ਹੁਣ ਦੇਖੋ ਮੁਲਕ 'ਚ ਆਕਸੀਜਨ ਦੀ ਕਮੀ ਹੈ, ਲੋਕ ਕੀ ਕਹਿ ਰਹੇ ਨੇ, ਮੋਦੀ ਸਾਹਿਬ ਆਕਸੀਜਨ ਦਾ ਪ੍ਰਬੰਧ ਕਰ ਦਿਓ, ਕੇਜਰੀਵਾਲ ਸਾਹਿਬ ਆਕਸੀਜਨ ਦਾ ਪ੍ਰਬੰਧ ਕਰ ਦਿਓ, ਕੈਪਟਨ ਅਮਰਿੰਦਰ ਜੀ ਆਕਸੀਜਨ ਦਾ ਪ੍ਰਬੰਧ ਕਰ ਦਿਓ। ਇਹ ਤਿੰਨੇ ਲੀਡਰ ਹਜੇ ਤੱਕ ਉਹਨੇ ਕਾਮਯਾਬ ਨਹੀਂ ਹੋਏ। ਆਕਸੀਜਨ ਦੀ ਕਮੀ ਮੁਲਕ 'ਚ ਆ ਗਈ, ਕਿੰਨੇ ਲੋਕ ਚੜ੍ਹਾਈ ਕਰ ਗਏ। ਮਤਲਬ ਪਹਿਲਾਂ ਇਹ ਲੋਕ ਆਪਣੇ ਕੰਮਾਂ 'ਚ ਰੁੱਝੇ ਰਹੇ। ਕੇਜਰੀਵਾਲ ਵੀ ਪਹਿਲਾਂ ਰੈਲੀਆਂ ਤੇ ਜ਼ੋਰ ਦਿੰਦਾ ਰਿਹਾ, ਪੰਜਾਬ 'ਚ ਰੈਲੀ ਕਰ ਗਿਆ 21 ਮਾਰਚ ਨੂੰ, ਜਦੋਂ ਪੰਜਾਬ 'ਚ ਲੋਕ ਕਿੰਨੇ ਬਿਮਾਰ ਹੋ ਰਹੇ ਸੀ, ਕਿੰਨੇ ਲੋਕ ਦੁਨੀਆ ਤੋਂ ਜਾ ਰਹੇ ਸੀ। ਉਦੋਂ ਕੇਜਰੀਵਾਲ ਨੂੰ ਸਮਝਣਾ ਚਾਹੀਦਾ ਸੀ ਵੀ ਮੈਂ ਅੱਜ ਜਦੋਂ ਪੰਜਾਬ 'ਚ ਕੋਵਿਡ ਸਥਿਤੀ 'ਚ ਹੈ ਤੇ ਮੈਂ ਪੰਜਾਬ 'ਚ ਰੈਲੀ ਕਰਦਾ ਫਿਰਦਾ ਤੇ ਆਹ ਸਥਿਤੀਆਂ ਦੇਖ ਲਓ ਦਿੱਲੀ 'ਚ,
ਦਿੱਲੀ ਮਾਡਲ ਦਾ ਕੀ ਹਾਲ ਹੋ ਗਿਆ, ਨਾਸ ਮਾਰਤਾ ਦਿੱਲੀ ਮਾਡਲ ਦਾ, ਹੈ ਜੀ, ਆਪ ਹੀ ਮਾਰ ਲਿਆ ਨਾਸ। ਆ 25 25 26 26 27 27 28 28 ਹਜ਼ਾਰ ਲੋਕ ਹਰ ਰੋਜ਼ ਦਿੱਲੀ 'ਚ ਬਿਮਾਰ ਹੋ ਰਹੇ ਨੇ, ਔਰ ਹਸਪਤਾਲਾਂ 'ਚ ਆਕਸੀਜਨ ਹੈ ਨਹੀਂ। ਜਿਨ੍ਹਾਂ ਨੂੰ ਲੋੜ ਹੈ ਆਕਸੀਜਨ ਦੀ, ਸਾਰਿਆਂ ਨੂੰ ਤਾਂ ਆਕਸੀਜਨ ਦੀ ਲੋੜ ਨਹੀਂ ਪੈਂਦੀ ਆ, ਡਰਾਈਵ ਵੀ ਜ਼ਿਆਦਾ ਜਾਂਦੇ ਨੇ ਕਈ ਸਾਡੇ ਮੀਡੀਆ ਵਾਲੇ। ਸੋ ਪਰ ਦਿੱਲੀ ਸਰਕਾਰ ਦੀ ਪੋਲ ਖੁੱਲ ਗਈ। ਮੈਂ ਕਹਿੰਦਾ ਦੁਨੀਆ 'ਚ ਵੈਕਸੀਨ ਨਹੀਂ ਸੀ, ਸਮਝ ਆਉਂਦਾ ਸੀ, ਦੁਨੀਆ 'ਚ ਇਲਾਜ ਨਹੀਂ ਹੈ, ਸਮਝ ਆਉਂਦਾ ਹੈ, ਪਰ ਦੁਨੀਆ 'ਚ ਆਕਸੀਜਨ ਤਾਂ ਹੈ। ਸਾਡੇ ਕੋਲੋਂ ਆਕਸੀਜਨ ਦਾ ਪ੍ਰਬੰਧ ਨਹੀਂ ਹੋਇਆ। ਦੱਸੋ ਕਿਹੜੀਆਂ ਸਰਕਾਰਾਂ ਨੇ ਜੀ ਇਹ? ਆ ਹਾਈ ਕੋਰਟ, ਸੁਪਰੀਮ ਕੋਰਟ ਇਹਨਾਂ ਤੋਂ ਰੋਜ਼ ਹੁਣ ਸਵਾਲ ਪੁੱਛਦੀ ਆ ਵੀ ਦੱਸੋ ਕੀ ਸਥਿਤੀ ਹੈ। ਸੋ ਇਸ ਕਰਕੇ ਹੁਣ ਉਹੀ ਗੱਲ ਇਹਨਾਂ ਜਾਂਚਾਂ 'ਚ ਆ ਗਈ ਕਿ ਲਟਕਾਈ ਜਾਂਦੀਆਂ ਸਰਕਾਰਾਂ, ਲਟਕਾਈ ਜਾਂਦੀਆਂ। ਉਹ ਕਹਿੰਦਾ ਜੀ ਮੇਰੀ ਸਰਕਾਰ ਬਣਾ ਦਿਓ, ਮੈਂ ਇਨਸਾਫ ਦਊਂਗਾ। ਆ ਹੁਣ ਸੁਖਬੀਰ ਬਾਦਲ ਵੀ ਕਹਿਣ ਲੱਗ ਗਿਆ ਵੀ ਸਾਡੀ ਸਰਕਾਰ ਆ ਕੇ ਹੀ ਹੁਣ ਇਨਸਾਫ ਕਰੂ। ਵੀ ਸੁਖਬੀਰ ਬਾਦਲ ਸਿੰਘ 2015 'ਚ ਮਾਮਲਾ ਜਦੋਂ ਵਰਤਿਆ, ਇਹ ਮੈਂ 2015 ਦੀ ਵੀ ਡਿਟੇਲ ਦੇ ਦਿਆਂ। ਸੁਖਬੀਰ ਬਾਦਲ ਉਹਨਾਂ ਦਾ ਤੀਜੇ ਚੌਥੇ ਦਿਨ ਬਿਆਨ ਆ ਜਾਂਦਾ ਪਿੱਛੇ ਜੇ ਮੈਂ ਦੇਖਿਆ ਕਿ ਸਾਡੀ ਸਰਕਾਰ ਆ ਕੇ ਹੀ ਕਹਿੰਦੇ ਇਨਸਾਫ ਦਊ। ਦੇਖੋ 2015 'ਚ ਇਹ ਸ਼ੁਰੂ ਹੋਇਆ ਸੀ ਬੇਅਦਬੀ ਦਾ ਸਿਲਸਿਲਾ, ਔਰ 14 ਅਕਤੂਬਰ ਨੂੰ ਕੀ ਹੋਇਆ ਸੀ? 14 ਅਕਤੂਬਰ ਨੂੰ ਜਿਹੜੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਪ੍ਰੋਟੈਸਟ ਕਰ ਰਹੇ ਸੀ ਵੀ ਸਾਨੂੰ ਇਨਸਾਫ ਦਿਓ, ਉਹਨਾਂ ਦੇ ਉੱਤੇ ਪੁਲਿਸ ਦਾ ਲਾਠੀਚਾਰਜ ਹੋਇਆ। ਉਦੋਂ ਪੰਜਾਬ 'ਚ ਮੁੱਖ ਮੰਤਰੀ ਕੌਣ ਸੀ, ਉਪ ਮੁੱਖ ਮੰਤਰੀ ਕੌਣ ਸੀ ਤੇ ਡੀਜੀਪੀ ਕੌਣ ਸੀ, ਇਹ ਸੁਖਬੀਰ ਬਾਦਲ ਨੂੰ ਪਤਾ ਹੈ। 14 ਅਕਤੂਬਰ 2015 ਨੂੰ ਹੋਇਆ ਸੀ। ਉਸ ਤੋਂ ਬਾਅਦ 2017 ਨੂੰ ਚੋਣਾਂ ਪਈਆਂ ਨੇ। 15 16 17 ਲਗਭਗ ਡੇਢ ਪੌਣੇ 2 ਸਾਲ ਸੁਖਬੀਰ ਬਾਦਲ ਸਾਹਿਬ ਤੁਹਾਡੇ ਕੋਲੇ ਸੀ। ਤੇ ਉਦੋਂ ਅਕਾਲੀ ਦਲ ਨੇ ਕੀ ਕੀਤਾ? ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਜਾਂਚ ਲਾਈ ਸੀ, ਸਿੱਟ ਬਣਾਈ ਸੀ, ਮਾਮਲਾ ਨਹੀਂ ਨਿਬੜਿਆ, 2 ਮੁੰਡੇ ਚੱਕ ਲਏ ਸੀ, ਬਾਅਦ 'ਚ ਛੱਡਣੇ ਪਏ। ਫਿਰ ਪ੍ਰਕਾਸ਼ ਸਿੰਘ ਬਾਦਲ ਨੇ 24 ਅਕਤੂਬਰ ਨੂੰ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅਹੁਦੇ ਤੋਂ ਹਟਾਤਾ। 14 ਅਕਤੂਬਰ ਤੋਂ ਬਾਅਦ 24 ਅਕਤੂਬਰ ਨੂੰ ਡੀਜੀਪੀ ਸੁਮੇਧ ਸਿੰਘ ਸੈਣੀ ਪੰਜਾਬ ਦਾ ਡੀਜੀਪੀ ਹਟਾਤਾ ਸੀ। ਉਹਨਾਂ ਨੂੰ ਹਾਊਸਿੰਗ ਕਾਰਪੋਰੇਸ਼ਨ 'ਚ ਕਿਤੇ ਚੇਅਰਮੈਨ ਲਾਤਾ, ਕਿਤੇ ਹੋਰ ਐਡਜਸਟ ਕਰਤਾ, ਔਰ 26 ਅਕਤੂਬਰ ਨੂੰ ਜਾਂਚ ਸੀਬੀਆਈ ਨੂੰ ਦੇਤੀ। ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੂੰ ਜੋਰਾ ਸਿੰਘ ਕਮਿਸ਼ਨ ਜਿਹੜਾ ਬਣਾਇਆ ਸੀ ਬਾਦਲ ਨੇ, ਜੋਰਾ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਸੌਂਪਤੀ, ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ। ਇਹ ਠੀਕ ਉਵੇਂ ਹੀ ਹੈ ਜਿਵੇਂ ਅੱਜ ਕੋਵਿਡ ਦੀਆਂ ਸਥਿਤੀਆਂ ਨੇ। ਆ ਹੁਣ ਲੋਕ ਆਕਸੀਜਨ ਨਾਲ ਚੜ੍ਹਾਈ ਕਰ ਰਹੇ ਨੇ, ਲੀਡਰ ਸਾਡੇ ਰੈਲੀਆਂ 'ਚ ਰੁੱਝੇ ਹੋਏ ਸੀ। ਲੀਡਰਾਂ ਨੂੰ ਸੀਗਾ ਵੀ ਅਸੀਂ ਪਹਿਲਾਂ ਵੋਟਾਂ ਲੈ ਲਈਏ, ਅਸੀਂ ਸਰਕਾਰ ਬਣਾ ਲਈਏ, ਬੰਗਾਲ 'ਚ ਬਣਾ ਲਈਏ, ਹੋਰ ਕਿਤੇ ਕਿਤੇ ਹੋ ਰਹੀ ਹੈ, ਅਸਾਮ 'ਚ ਬਣਾ ਲਈਏ, ਬਾਕੀ ਥਾਵਾਂ ਤੇ ਸਰਕਾਰ ਬਣਾ ਲਈਏ। ਆ ਲਓ ਪਰਸੋਂ ਬੰਗਾਲ 'ਚ ਵੀ 12,000 ਤੋਂ ਕੇਸ ਵੱਧ ਗਏ। ਆ ਜਿੱਥੇ ਲੀਡਰ ਸਾਡੇ ਰੈਲੀਆਂ ਕਰਦੇ ਸੀ ਨਾ, ਲੈ ਉੱਥੇ ਵੀ ਕੇਸ ਆਈ ਜਾਂਦੇ ਨੇ ਗਗਨ। ਫਿਰ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ ਦੀ, ਬਾਦਲ ਸਾਹਿਬ ਦੀ ਪੌਣੇ 2 ਸਾਲ ਦੀ ਸਰਕਾਰ 'ਚ ਤਾਂ ਇਨਸਾਫ ਮਿਲਿਆ ਨਹੀਂ। ਹੁਣ ਅਕਾਲੀ ਕਹਿ ਰਹੇ ਨੇ ਸਾਡੀ ਸਰਕਾਰ ਆਊ, ਅਸੀਂ ਇਨਸਾਫ ਦੇਵਾਂਗੇ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਆ ਗਏ, ਉਹ ਕਹਿੰਦੇ ਮੈਨੂੰ ਮੌਕਾ ਦਿਓ, ਮੈਂ ਇਨਸਾਫ ਦਊਂ। ਆ ਇਨਸਾਫ ਦੇਖ ਲਓ ਕਿੱਥੇ ਖੜਾ ਹੁਣ। ਜਸਟਿਸ ਰਣਜੀਤ ਸਿੰਘ ਨੂੰ ਕਮਿਸ਼ਨ ਦੇਤਾ। ਜਸਟਿਸ ਰਣਜੀਤ ਸਿੰਘ ਦੇ ਕਮਿਸ਼ਨ ਤੇ ਬਹਿਸ ਹੋਈ ਵਿਧਾਨ ਸਭਾ 'ਚ, ਕਹਿੰਦੇ ਜੀ ਲਓ ਅਸੀਂ ਸਿੱਟ ਬਣਾ ਦਿੰਦੇ ਹਾਂ। ਬਾਦਲ ਨੇ ਪਹਿਲਾਂ ਸਿੱਟ ਬਣਾਈ ਸੀ, ਫਿਰ ਜੋਰਾ ਸਿੰਘ ਕਮਿਸ਼ਨ ਬਣਾਇਆ ਸੀ। ਕੈਪਟਨ ਅਮਰਿੰਦਰ ਨੇ ਪਹਿਲਾਂ ਰਣਜੀਤ ਸਿੰਘ ਕਮਿਸ਼ਨ ਬਣਾਇਆ ਤੇ ਫਿਰ ਏਡੀਜੀਪੀ ਪ੍ਰਮੋਦ ਕੁਮਾਰ ਤੇ ਕੁੰਵਰ ਵਿਜੇ ਵਾਲੀ ਸਿੱਟ ਬਣਾਤੀ। ਹੁਣ ਕੈਪਟਨ ਅਮਰਿੰਦਰ ਦੀ ਸਰਕਾਰ ਦਾ ਵੀ ਥੋੜਾ ਸਮਾਂ ਰਹਿ ਗਿਆ। ਸੋ ਇਸ ਕਰਕੇ ਸਿੱਧੂ ਸਵਾਲ ਇਸ ਕਰਕੇ ਚੱਕਦਾ 75-25, ਮਤਲਬ ਕਿ ਕਿਤੇ ਨਾ ਕਿਤੇ ਜਿਹੜੀ ਆਪਸੀ ਸਾਂਝ ਦੀ ਬੂ ਆਉਂਦੀ ਹੈ ਨਵਜੋਤ ਸਿੰਘ ਸਿੱਧੂ ਨੂੰ। ਸੋ ਇਸ ਕਰਕੇ ਉਹ ਖੁੱਲ੍ਹ ਕੇ ਗੱਲ ਕਰ ਰਿਹਾ। ਸੋ ਆਸ ਕਰਾਂਗੇ ਕਿ ਨਵੀਂ, ਹੁਣ ਦੇਖੋ ਪਿੱਛੇ ਜੇ ਮੈਂ ਆਪ ਵਾਲੇ ਵੀ ਦੇਖਦਾ ਸੀ, ਉਹ ਕਹਿੰਦੇ ਸਾਡੀ ਸਰਕਾਰ ਬਣਾ ਦਿਓ, ਅਸੀਂ ਇਨਸਾਫ ਦੇਵਾਂਗੇ। ਹੁਣ ਆਪ ਵਾਲੇ ਵੀ ਇਸੇ ਮੰਗ ਤੇ ਹੀ ਕਹਿੰਦੇ ਵੋਟਾਂ ਪਾ ਦਿਓ ਸਾਨੂੰ, ਵੀ ਸਾਡੀ ਸਰਕਾਰ ਨੂੰ ਮੌਕਾ ਦੇ ਦਿਓ, ਅਸੀਂ ਇਨਸਾਫ ਦੇਵਾਂਗੇ। ਸੋ ਅਸਲ 'ਚ ਇਨਸਾਫ ਹਾਸਲ ਕਰਨਾ ਇਸ ਮੁਲਕ 'ਚ ਮੈਨੂੰ ਇਹ ਲੱਗਦਾ ਕਿ ਇਹ ਵੱਡੀ ਚੁਣੌਤੀ ਹੈ, ਜਿੱਥੇ ਆਮ ਲੋਕਾਂ ਦੇ ਹੱਥ 'ਚ ਕੁਝ ਨਹੀਂ, ਸਾਰਾ ਕੁਝ ਸਰਕਾਰਾਂ ਤੇ ਪ੍ਰਸ਼ਾਸਨ ਦੇ ਹੱਥ 'ਚ ਹੈ। ਸੋ ਇਨਸਾਫ ਇਹਨਾਂ ਨੇ ਦੇਣਾ, ਅਸੀਂ ਤਾਂ ਸਿਰਫ ਹੱਥ ਬੰਨ੍ਹ ਕੇ ਉਡੀਕ ਸਕਦੇ ਹਾਂ। ਬਿਲਕੁਲ ਡਾਲਾ ਸਾਹਿਬ, ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਲਗਾਤਾਰ ਟਵੀਟ ਕਰ ਰਹੇ ਨੇ, ਨਵਜੋਤ ਸਿੰਘ ਸਿੱਧੂ ਦੇ ਮੈਂ ਟਵੀਟਾਂ ਦੇ ਥੱਲੇ ਜਾਂ ਪੋਸਟਾਂ ਦੇ ਥੱਲੇ ਜੋ ਆਮ ਲੋਕਾਂ ਦੇ ਸੁਝਾਅ ਨੇ ਉਹ ਵੀ ਜ਼ਰੂਰ ਪੜ੍ਹੇ ਨੇ, ਉਹ ਵੀ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ ਕਿ ਉਸ ਦੇ ਵਿੱਚ ਲੋਕ ਲਿਖਦੇ ਨੇ ਕਿ ਨਵਜੋਤ ਸਿੱਧੂ ਸਾਹਿਬ ਹੁਣ ਪੋਸਟਾਂ ਦੇ ਨਾਲ ਫਿਰ ਟਵੀਟਾਂ ਦੇ ਨਾਲ ਕੁਝ ਨਹੀਂ ਬਣਨਾ, ਖੁੱਲ੍ਹ ਕੇ ਬਾਹਰ ਆਓ ਤੇ ਖੁੱਲ੍ਹ ਕੇ ਇਸ ਦੀ ਗੱਲ ਕਰੋ। ਹੁਣ ਤੁਸੀਂ ਇਹਨਾਂ ਜਿਹੜੇ ਆਮ ਲੋਕਾਂ ਦੇ ਸੁਝਾਅ ਨੇ ਉਹਨਾਂ ਨੂੰ ਤੁਸੀਂ ਕਿੱਦਾਂ ਵੇਖੋ? ਦੇਖੋ ਜਿਹੜੇ ਲੋਕ ਇਹੋ ਜਿਹੇ ਕਮੈਂਟ ਕਰਦੇ ਆ, ਪਹਿਲਾਂ ਤਾਂ ਮੈਂ ਇਹ ਦੱਸਦਾ ਉਹਨਾਂ ਦਾ ਸੰਬੰਧ ਜਾਂ ਤਾਂ ਅਕਾਲੀ ਦਲ ਨਾਲ ਹੈ ਜਾਂ ਸ਼ੁੱਧ ਕਾਂਗਰਸ ਪਾਰਟੀ ਨਾਲ ਹੈ। ਸ਼ੁੱਧ ਕਾਂਗਰਸ ਪਾਰਟੀ ਮਤਲਬ ਜਿਹੜੇ ਕਿ ਜਿਵੇਂ ਸ਼ੁੱਧ ਮਤਲਬ ਹੁਣ ਮੈਂ ਕੀ ਕਵਾਂ, ਜਿਹੜੇ ਕਿਸੇ ਵੀ ਸੂਰਤ 'ਚ ਕਾਂਗਰਸ ਨਾਲ ਨੇ। ਊਂ ਤਾਂ ਕਾਂਗਰਸ ਨਾਲ ਮੁਲਕ 'ਚ ਲੋਕ ਥੋੜੇ ਰਹਿ ਗਏ, ਆਪਾਂ ਨੂੰ ਪਤਾ। ਪਾਰਲੀਮੈਂਟ 'ਚ ਸੀਟਾਂ 50 ਤੋਂ ਘੱਟ ਗਈਆਂ ਕਾਂਗਰਸ ਦੀਆਂ। ਦੇਸ਼ ਦੀ ਆਜ਼ਾਦੀ 'ਚ ਕਿੱਡਾ ਵੱਡਾ ਯੋਗਦਾਨ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਪਾਇਆ ਸੀ, SGPC ਵਾਲਿਆਂ ਨੇ ਵੀ ਪਾਇਆ, ਇਕੱਲੇ ਕਾਂਗਰਸ ਨੇ ਨਹੀਂ ਮੁਲਕ ਆਜ਼ਾਦ ਕਰਾਇਆ। ਪਰ ਅੱਜ ਸਥਿਤੀਆਂ ਕਾਂਗਰਸ ਦੀਆਂ ਚੰਗੀਆਂ ਨਹੀਂ। ਉਹ ਲੋਕ ਸਿੱਧੂ ਤੋਂ ਨਾਰਾਜ਼ ਨੇ ਵੀ ਸਿੱਧੂ ਇਹ ਗੱਲ ਕਿਉਂ ਚੱਕੀ ਜਾਂਦਾ ਹੈ। ਫਿਰ ਕੁਝ ਇਹੋ ਜਿਹੇ ਲੋਕ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਪ੍ਰਸਿੱਧੀ ਤੋਂ ਨਹੀਂ ਖੁਸ਼। ਉਹਨਾਂ ਨੂੰ ਇਹ ਲੱਗਦਾ ਵੀ ਜੇ ਕਿਤੇ ਸਿੱਧੂ ਮੁੱਖ ਮੰਤਰੀ ਬਣ ਗਿਆ
ਇਹ ਤਾਂ ਬੰਦਾ ਹੀ ਬੜਾ ਇਮਾਨਦਾਰ ਹੈ। ਇਹਨੇ ਤਾਂ ਮੋਦੀ ਸਾਹਿਬ ਦੀ ਪਰਵਾਹ ਨਹੀਂ ਕੀਤੀ, ਰਾਜ ਸਭਾ ਦੀ ਮੈਂਬਰੀ ਛੱਡਤੀ। ਇਹਨੇ ਜੇਟਲੀ ਸਾਹਿਬ ਦੀ ਪਰਵਾਹ ਨਹੀਂ ਕੀਤੀ, ਕਹਿੰਦੇ ਸੀ ਕੁਰਕਸ਼ੇਤਰੋਂ ਤੋਂ ਲੜ ਕੇ ਤੈਨੂੰ MP ਮੰਤਰੀ ਬਣਾ ਦਿਆਂਗੇ ਜਾਂ ਸਿੱਧਾ ਮੰਤਰੀ ਬਣਾ ਦਿਆਂਗੇ। ਸਿੱਧੂ ਤਾਂ ਮੰਤਰੀ ਨਹੀਂ ਬਣਿਆ। ਇਹ ਤਾਂ ਕਹਿੰਦੇ ਅਗਰ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦੀ ਗੱਲ ਨਹੀਂ ਮੰਨੀ ਤੇ ਇਹ ਕਿਹਾ 75-25 ਦਾ ਬਿਆਨ ਵੀ ਦਿੱਤਾ ਸੀ ਉਦੋਂ ਸਿੱਧੂ ਨੇ ਬਠਿੰਡੇ, ਪਤਾ ਨਹੀਂ ਫਿਰੋਜ਼ਪੁਰ ਜਾ ਕੇ, ਤੇ ਕੈਪਟਨ ਅਮਰਿੰਦਰ ਨਾਲ ਸਿਆਸੀ ਜਿਹੜੀ ਦੋਸਤੀ ਸੀ ਉਹ ਤੜਕ ਗਈ ਤੇ ਸਿੱਧੂ ਨੇ ਉਦੋਂ ਵੀ ਮੰਤਰੀ ਦਾ ਅਹੁਦਾ ਛੱਡਤਾ। ਸਿੱਧੂ ਨੇ ਕਹਿੰਦੇ ਸੀ ਬਿਜਲੀ ਦਾ ਮਹਿਕਮਾ ਲੈ ਲਓ, ਸਿੱਧੂ ਨੇ ਉਹ ਨਹੀਂ ਲਿਆ। ਮਤਲਬ ਕਿ ਸਿੱਧੂ ਅਹੁਦਿਆਂ ਦਾ ਲਾਲਚੀ ਨਹੀਂ। ਸੋ ਉਹ ਲੋਕ ਜਿਨ੍ਹਾਂ ਨੂੰ ਡਰ ਹੈ ਕਿਤੇ ਨਾ ਕਿਤੇ ਕਿ ਜੇ ਸਿੱਧੂ ਵਰਗਾ ਇਮਾਨਦਾਰ ਬੰਦਾ ਆ ਗਿਆ, ਦੇਖੋ ਕੇਜਰੀਵਾਲ ਹੈ, ਕੇਜਰੀਵਾਲ ਦੇ ਫੈਸਲਿਆਂ 'ਚ ਕਈ ਕਮੀਆਂ ਨੇ। ਪੰਜਾਬ ਪ੍ਰਤੀ ਕੇਜਰੀਵਾਲ ਮੈਨੂੰ ਓਡਾ ਚੰਗੇ ਫੈਸਲਿਆਂ ਵਾਲਾ ਨਹੀਂ ਲੱਗਦਾ। ਦਿੱਲੀ ਲਈ ਕੁਝ ਫੈਸਲੇ ਚੰਗੇ ਕੀਤੇ ਨੇ, ਆ ਮਾਡਲ ਉਹਦਾ ਜ਼ਰੂਰ ਫੇਲ ਹੋ ਗਿਆ ਕੇਜਰੀਵਾਲ ਦਾ, ਪਰ ਠੀਕ ਹੈ, ਸਿੱਖਿਆ ਦੇ ਖੇਤਰ 'ਚ ਕੰਮ ਕੀਤਾ, ਪਾਣੀ ਦੇ ਖੇਤਰ 'ਚ ਕੰਮ ਕੀਤਾ, ਬਿਜਲੀ ਦੇ ਖੇਤਰ 'ਚ ਕੰਮ ਕੀਤਾ, ਸਿਹਤ ਖੇਤਰ 'ਚ ਵੀ ਕੰਮ ਕੀਤਾ। ਕੋਵਿਡ ਤੋਂ ਪਹਿਲਾਂ ਕੋਵਿਡ ਤੋਂ ਬਾਅਦ ਨਹੀਂ, ਜਾਂ ਤਾਂ ਤੀਜੀ ਵਾਰੀ ਮੁੱਖ ਮੰਤਰੀ ਬਣ ਗਿਆ ਨਾ, ਕਈ ਵਾਰੀ ਧਿਆਨ ਘਟਾ ਦਿੰਦਾ। ਅਗਲਾ ਕਹਿੰਦਾ ਮੈਨੂੰ ਤਾਂ ਲੋਕ ਜਿਤਾਈ ਜਾਂਦੇ ਆ, ਉਹ ਕੰਮ ਨਾ ਹੋ ਗਿਆ ਹੋਵੇ ਕਿਤੇ। ਜੇ ਕੋਵਿਡ ਦਾ ਵੀ ਕੰਮ ਕੇਜਰੀਵਾਲ ਚੰਗਾ ਕਰ ਲੈਂਦਾ ਤੇ ਬੜੀ ਚੰਗੀ ਗੱਲ ਹੋਣੀ ਸੀ। ਫਿਰ ਮੈਂ ਪੰਜਾਬ 'ਚ ਵੀ ਉਹਦਾ ਨਾਮ ਅੱਗੇ ਕਰ ਦੇਣਾ ਸੀ ਵੀ ਭਾਈ ਪੰਜਾਬੀਓ ਕੇਜਰੀਵਾਲ ਨੂੰ ਪਾ ਦਿਓ ਵੋਟਾਂ। ਇੱਥੇ ਤਾਂ ਆਪ ਵਾਲਿਆਂ ਨੇ ਝੰਡਾ ਚੱਕ ਲਿਆ ਸੀ ਵੀ ਕੇਜਰੀਵਾਲ ਨੂੰ ਵੀ ਪੰਜਾਬ 'ਚ ਜੇ ਅਸੀਂ ਸਰਕਾਰ ਬਣਾ ਲਈ ਬਿਜਲੀ ਸਸਤੀ ਕਰ ਦਿਆਂਗੇ, ਸਿਹਤ ਸਹੂਲਤਾਂ ਦਿੱਲੀ ਵਰਗੀਆਂ ਬਣਾ ਦਿਆਂਗੇ। ਹੁਣ ਨਾ ਬਣਾਈਓ, ਸਾਨੂੰ ਹਜੇ ਆਕਸੀਜਨ ਦੀ ਓਡੀ ਕਮੀ ਨਹੀਂ ਜਿੱਡੀ ਦਿੱਲੀ 'ਚ ਹੈ। ਸੋ ਤੁਸੀਂ ਦਿੱਲੀ 'ਚ ਪਹਿਲਾਂ ਆਕਸੀਜਨ ਦੀ ਕਮੀ ਪੂਰੀ ਕਰੋ। ਸੋ ਗੱਲ ਇਹ ਹੈ, ਇਸ ਕਰਕੇ ਹੁਣ ਸਿੱਧੂ ਦਾ ਕੀ ਹੈ, ਕਈ ਲੋਕ ਡਰਦੇ ਨੇ। ਸਿੱਧੂ ਇਮਾਨਦਾਰ ਹੈ, ਸਿੱਧੂ ਨੇ ਮਾਈਨਿੰਗ ਮਾਫੀਆ ਨਹੀਂ ਹੋਣ ਦੇਣਾ, ਸਿੱਧੂ ਨੇ ਰੇਤ ਮਾਫੀਆ ਨਹੀਂ ਹੋਣ ਦੇਣਾ, ਸਿੱਧੂ ਨੇ ਕੇਬਲ ਮਾਫੀਆ ਨਹੀਂ ਹੋਣ ਦੇਣਾ, ਸਿੱਧੂ ਨੇ ਸ਼ਰਾਬ ਮਾਫੀਆ ਨਹੀਂ ਹੋਣ ਦੇਣਾ, ਸਿੱਧੂ ਨੇ ਟਰਾਂਸਪੋਰਟ ਮਾਫੀਆ ਨਹੀਂ ਹੋਣ ਦੇਣਾ। ਕਿਉਂ? ਕਿਉਂਕਿ ਸਿੱਧੂ ਦੀ ਨਾ ਆਪਣੀ ਫੈਕਟਰੀ ਹੈ ਨਾ ਦੁਕਾਨ ਹੈ ਜੀ। ਬਿਲਕੁਲ ਗਗਨ, ਸਿੱਧੂ ਦਾ ਆਪਣਾ ਕਾਰੋਬਾਰ ਨਹੀਂ। ਸਿੱਧੂ ਦਾ ਜਿੱਥੇ ਰੁਜ਼ਗਾਰ ਚੱਲਦਾ ਸੀ ਉਹ ਵੀ ਰੁਜ਼ਗਾਰ ਇਹਨਾਂ ਲੀਡਰਾਂ ਕਰਕੇ ਛੁੱਟ ਗਿਆ ਸਿੱਧੂ ਦਾ ਤਾਂ। ਸੋ ਹੁਣ ਸਥਿਤੀ ਇਹ ਹੈ ਕਿ ਉਹ ਲੋਕ ਕਮੈਂਟ ਕਰਦੇ ਨੇ ਵੀ ਸਿੱਧੂ ਸਾਹਿਬ ਗੱਲਾਂ ਨਾਲ ਕੁਝ ਨਹੀਂ ਹੋਣਾ। ਇਹੋ ਜਿਹੇ ਲੋਕ ਕਮੈਂਟ ਕਰਦੇ ਨੇ। ਜੇ ਗੱਲਾਂ ਨਾਲ ਕੁਝ ਨਹੀਂ ਹੋਣਾ ਤੇ ਤੁਸੀਂ ਸਿੱਧੂ ਦੀ ਵੀਡੀਓ ਸੁਣ ਕੇ ਕਮੈਂਟ ਕਿਉਂ ਕਰ ਰਹੇ ਹੋ? ਇਹਦਾ ਮਤਲਬ ਤੁਸੀਂ ਸੁਣਦੇ ਹੋ। ਜੇ ਤੁਸੀਂ ਸੁਣਦੇ ਹੋ ਇਹਦਾ ਮਤਲਬ ਹੈ ਤੁਹਾਡੇ ਦਿਮਾਗ 'ਤੇ ਉਹਦਾ ਪ੍ਰਭਾਵ ਪੈਂਦਾ। ਇਹਦਾ ਮਤਲਬ ਹੈ ਸੱਚ ਤੁਹਾਨੂੰ ਕੌੜਾ ਲੱਗਦਾ ਹੈ ਜੀ। ਇਹਦਾ ਮਤਲਬ ਹੈ ਸੱਚ ਕਹਿੰਦੇ ਆ ਨਾ ਕੌੜਾ ਹੁੰਦਾ। ਸੱਚ ਨੂੰ ਬਰਦਾਸ਼ਤ ਕਰਨਾ ਵੀ ਐਡਾ ਆਸਾਨ ਨਹੀਂ ਹੁੰਦਾ ਗਗਨ। ਜਿਗਰੇ ਵਾਲਾ ਸੱਚਾ ਬੰਦਾ ਹੀ ਸੱਚ ਬਰਦਾਸ਼ਤ ਕਰ ਸਕਦਾ। ਸੋ ਜੇ ਅਸੀਂ ਪੰਜਾਬ ਦੀ ਤਰੱਕੀ ਦੇਖਣੀ ਹੈ, ਬਹੁਤ ਸਾਰੇ ਲੋਕ ਸੋਚਦੇ ਨੇ ਕਿ ਸਾਨੂੰ ਇਹੋ ਜਿਹੇ ਲੋਕਾਂ ਦੀ ਲੋੜ ਹੈ ਜਿਨ੍ਹਾਂ ਦਾ ਕਿਰਦਾਰ ਸਾਫ਼ ਹੈ ਤੇ ਜਿਹੜੇ ਲਾਲਚੀ ਨਹੀਂ। ਸੋ ਇਸ ਕਰਕੇ ਜੇ ਸਿੱਧੂ ਬਾਰੇ ਇੱਕ ਦੋ ਇਹੋ ਜਿਹੇ ਕਮੈਂਟ ਵਾਲੇ ਲੋਕ ਵੀ ਨੇ ਤੇ ਲੱਖਾਂ ਇਹੋ ਜਿਹੇ ਵੀ ਨੇ ਜਿਹੜੇ ਸਿੱਧੂ ਦੇ ਨਾਲ ਖੜੇ ਨੇ ਗਗਨ। ਸੋ ਗੱਲ ਉਹੀ ਹੈ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਪੰਜਾਬ ਦੇ ਹਮਦਰਦ ਨੇ, ਪੰਜਾਬ ਦੇ ਪ੍ਰਤੀ ਉਹ ਚੰਗੀਆਂ ਚੀਜ਼ਾਂ ਦੇਖਣਾ ਚਾਹੁੰਦੇ ਨੇ। ਇਸ ਕਰਕੇ ਉਹਨਾਂ ਨੂੰ ਉਮੀਦ ਹੈ। ਮੈਂ ਕਹਿੰਦਾ ਸਿੱਧੂ ਨੂੰ ਛੱਡ ਦਿਓ, ਕੋਈ ਹੋਰ ਲੱਭੋ, ਦੱਸੋ ਆਪਾਂ ਕਿਹਦਾ ਨਾਂ ਲਈਏ। ਆਪਾਂ ਉਹਦੀ ਵੀ ਗੱਲ ਕਰਦੇ ਹਾਂ। ਕੱਢੋ ਪੰਜਾਬੀਓ ਇੱਕ ਹੋਰ ਸਿੱਧੂ ਵਰਗਾ, ਆਪਾਂ ਕੱਲ ਤੋਂ ਉਹਦੇ ਤੇ ਵੀ ਪ੍ਰੋਗਰਾਮ ਕਰਿਆ ਕਰਾਂਗੇ। ਕੋਈ ਹੀਰਾ ਲੱਭੋ ਇਹੋ ਜਿਹਾ ਤੇ ਸਾਨੂੰ ਦੱਸੋ ਵੀ ਆਹ ਹੀਰਾ ਹੈ, ਇਹਦੀ ਗੱਲ ਕਰੋ। ਬਿਲਕੁਲ ਇਹ ਉਹਨਾਂ ਲਈ ਜਿਹੜੇ ਮਾੜੇ ਚੰਗੇ ਕਮੈਂਟ ਕਰਦੇ ਆ। ਜਿਹੜੇ ਚੰਗੇ ਕਮੈਂਟ ਕਰਦੇ ਆ ਉਹਨਾਂ ਦਾ ਸਤਿਕਾਰ ਹੈ ਬਹੁਤ ਜ਼ਿਆਦਾ। ਮਾੜੇ ਕਮੈਂਟ ਵਾਲਿਆਂ ਨੂੰ ਵੀ ਸਾਨੂੰ ਨਾਰਾਜ਼ਗੀ ਨਹੀਂ ਕੋਈ, ਉਹਨਾਂ ਦਾ ਆਪਣਾ ਹੱਕ ਹੈ। ਅਗਰ ਉਹ ਕੁਝ ਕੌੜਾ ਕੁਝ ਇਹੋ ਜਿਹਾ ਲਿਖ ਕੇ ਭੜਾਸ ਕੱਢਣੀ ਚਾਹੁੰਦੇ ਨੇ, ਉਹਨਾਂ ਦਾ ਮਨ ਹਲਕਾ ਹੁੰਦਾ, ਉਹਨਾਂ ਨੂੰ ਵੀ ਸਾਨੂੰ ਕੋਈ ਇਤਰਾਜ਼ ਨਹੀਂ। ਤੁਸੀਂ ਹਲਕੀ ਫੁਲਕੀ ਭੜਾਸ ਕੱਢ ਸਕਦੇ। ਬਿਲਕੁਲ। ਤੇ ਡੱਲਾ ਸਾਹਿਬ, ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਟਵੀਟ ਕਰਦੇ ਨੇ, ਉਸ ਤੋਂ ਕੁਝ ਸਮਾਂ ਬਾਅਦ ਹੀ ਇੱਕ ਖੁੱਲੀ ਚਿੱਠੀ ਲਿਖਦੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਹੁਣ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ 3 ਮੈਂਬਰੀ ਸਿੱਟ ਦਾ ਛੇਤੀ ਗਠਨ ਹੋਵੇ ਅਤੇ ਜਲਦ ਤੋਂ ਜਲਦ ਇਸ ਦੀ ਰਿਪੋਰਟ ਆਵੇ ਤੇ ਜਿਹੜਾ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਹੁਣ ਦੇਖੋ, ਹਰ ਕੋਈ ਯੋਗਦਾਨ ਪਾਉਣਾ ਚਾਹੁੰਦਾ। ਮੈਂ ਤੁਹਾਨੂੰ ਉਹੀ ਗੱਲ ਕਰਦਾ, ਹਰ ਲੀਡਰ ਯੋਗਦਾਨ ਪਾਉਣਾ ਚਾਹੁੰਦਾ ਹੈ ਵੀ ਇਸ ਸਿੱਟ 'ਚ, ਇਸ ਬੇਅਦਬੀ ਦੇ ਮਾਮਲੇ 'ਚ, ਇਹਦੇ ਇਨਸਾਫ ਦਿਵਾਉਣ 'ਚ ਅਸੀਂ ਵੀ ਮੂਹਰੇ ਖੜੇ ਹਾਂ, ਮੂਹਰੇ ਹੋ ਕੇ, ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਨੇ। ਬਾਕੀ ਪ੍ਰਤਾਪ ਸਿੰਘ ਬਾਜਵਾ ਨੇ ਚਿੱਠੀ ਲਿਖੀ ਕੈਪਟਨ ਅਮਰਿੰਦਰ ਨੂੰ, ਬੜੀ ਚੰਗੀ ਗੱਲ ਹੈ। ਪ੍ਰਤਾਪ ਸਿੰਘ ਬਾਜਵਾ ਜਿਵੇਂ ਸਿੱਧੂ ਟਵੀਟ ਕਰਦਾ ਹੈ, ਲੈ ਇੱਕ ਦੋ ਟਵੀਟ ਇਹੋ ਜਿਹੇ ਕਰ ਦੇਣ ਪ੍ਰਤਾਪ ਸਿੰਘ ਬਾਜਵਾ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ। ਬਿਲਕੁਲ ਹੈ ਗਗਨ। ਤੇ ਡੱਲਾ ਸਾਹਿਬ, ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਵੀ ਵਧਾਂਗੇ। ਤੇ ਅਗਲੀ ਖਬਰ ਜਿਹੜੀ ਇਸ ਸਿੱਟ ਨੂੰ ਲੈ ਕੇ ਆ, ਜੋ ਸਿੱਟ ਬੀਤੇ ਦਿਨੀ ਖਾਰਜ ਹੋਈ ਆ, ਉਸ ਤੋਂ ਬਾਅਦ ਜਿਹੜੀ ਹੁਣ ਹੁਕਮ ਆਏ ਨੇ, ਜੇ ਹੁਕਮ ਦੀ ਕਾਪੀ ਬਾਹਰ ਆਈ ਹੈ ਹਾਈ ਕੋਰਟ ਦੀ, ਉਹਦੇ ਵਿੱਚ ਬਹੁਤ ਵੱਡੀਆਂ ਗੱਲਾਂ ਨੇ। ਕਈ ਸਵਾਲ ਜਿਹੜੇ IG ਕੁੰਵਰ ਵਿਜੇ ਪ੍ਰਤਾਪ ਦੇ ਉੱਤੇ ਖੜੇ ਹੋ ਰਹੇ ਨੇ, ਕਈ ਉਸ ਸਿੱਟ ਦੇ ਉੱਤੇ ਖੜੇ ਹੋ ਰਹੇ ਨੇ, ਕਈ ਸਰਕਾਰ ਦੇ ਉੱਤੇ। ਇਹਨਾਂ ਸਵਾਲਾਂ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਦੇਖੋ, ਕਈ ਸਵਾਲ ਤਾਂ ਜਿਹੜੇ ਨੇ, ਦੇਖੋ ਮੈਂ ਇਹ ਕਹਿਣਾ ਕੁੰਵਰ ਵਿਜੇ ਪ੍ਰਤਾਪ ਸਿੰਘ ਬਹੁਤ ਇਮਾਨਦਾਰ ਨੇ, ਇਹ ਗੱਲ ਸਮਝ ਆਉਂਦੀ ਹੈ। ਪਰ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੂੰ ਵੀ ਆਉਂਦੇ ਦਿਨਾਂ 'ਚ ਕਈ ਸਵਾਲਾਂ ਦਾ ਜਵਾਬ ਦੇਣਾ ਪਊਗਾ, ਕਿਉਂਕਿ ਕਈ ਸਵਾਲ ਉਹਨਾਂ ਤੋਂ ਪੁੱਛੇ ਜਾਣਗੇ। ਆਪਣੀਆਂ ਇੰਟਰਵਿਊਜ਼ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਕਈ ਗੱਲਾਂ ਕਰਦੇ ਨੇ। ਹੁਣ ਇਹ ਉਹਨਾਂ ਨੂੰ ਦੇਖਣਾ ਪਊਗਾ। ਉਹ ਖੁਦ ਕਨਸਟੀਟਿਊਸ਼ਨ ਪੜ੍ਹੇ ਨੇ, ਉਹ ਖੁਦ ਵਕੀਲ ਨੇ। ਕੁੰਵਰ ਵਿਜੇ ਪ੍ਰਤਾਪ ਬੜੇ ਕਾਬਲ ਅਫਸਰ ਨੇ। ਸੋ ਮੈਨੂੰ ਲੱਗਦਾ ਹੈ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੂੰ ਇਹ ਜਵਾਬ ਦੇਣਾ ਪਊਗਾ ਜਦੋਂ ਲੋਕ ਸਵਾਲ ਪੁੱਛਦੇ ਨੇ, ਕਈ ਅਫਸਰ ਸਵਾਲ ਪੁੱਛਦੇ ਨੇ,
ਕੀ ਸਿੱਟ ਤੇ ਸਾਰਿਆਂ ਦੇ ਦਸਤਖਤ ਹੋਣੇ ਲਾਜ਼ਮੀ ਨੇ ਆਉਣ ਵਾਲੇ ਸਮੇਂ 'ਚ? ਇਸ ਵਾਰ ਤਾਂ ਇਹ ਗੱਲ ਰੱਖੀ ਗਈ ਕਿ ਸਾਰੇ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਦੀਆਂ ਵੱਖ-ਵੱਖ ਚੈਨਲਾਂ ਦੇ ਉੱਤੇ ਇੰਟਰਵਿਊਜ਼ ਹੋਈਆਂ ਨੇ, ਵੱਖ-ਵੱਖ ਚੈਨਲ ਤੇ ਜਿਹੜੇ ਇੰਟਰਵਿਊਜ਼ ਹੋਏ ਨੇ, ਜਿਹੜੀਆਂ ਉਹਨਾਂ 'ਚ ਗੱਲਾਂ ਕੀਤੀਆਂ ਗਈਆਂ, ਕੀ ਉਹਨਾਂ ਗੱਲਾਂ ਦੇ ਨਾਲ ਜਾਂਚ ਤਾਂ ਨਹੀਂ ਪ੍ਰਭਾਵਿਤ ਹੋਈ? ਇਹਦਾ ਜਵਾਬ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਦੇ ਸਕਦੇ ਨੇ। ਕਿਉਂ? ਕਿਉਂਕਿ ਪੱਤਰਕਾਰ ਤਾਂ ਸਵਾਲ ਪੁੱਛਣਗੇ, ਅਸੀਂ ਵੀ ਪੁੱਛਦੇ ਹਾਂ, ਹੋਰ ਵੀ ਪੁੱਛਦੇ ਨੇ। ਇਹ ਤਾਂ ਨਿਰਭਰ ਕਰਦਾ ਉਸ ਅਫਸਰ ਤੇ ਕਿ ਉਹਨੇ ਕਿੰਨਾ ਕੁ ਦੱਸਣਾ ਹੈ। ਬਿਲਕੁਲ ਹੈ ਗਗਨ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ। ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਪਿੱਛੇ ਜੇ ਆਪਣੀਆਂ ਇੰਟਰਵਿਊ 'ਚ ਗੱਲ ਕਹੀ ਕਿ ਅਸੀਂ ਐਚ ਫੂਲਕਾ ਉਹਨਾਂ ਨੂੰ ਕਾਫੀ ਦਸਤਾਵੇਜ਼ ਦਿੱਤੇ। ਕੀ ਉਹ ਦਿੱਤੇ ਜਾ ਸਕਦੇ ਨੇ? ਸਲਾਹ ਮਸ਼ਵਰਾ ਕੀ ਜਿਹੜੀ ਸਾਡੀਆਂ ਪੁਲਿਸ ਅਥਾਰਟੀਆਂ ਨੇ ਉਹ ਆਪਣੀ ਮਰਜ਼ੀ ਦੇ ਵਕੀਲ ਨਾਲ ਸਲਾਹ ਮਸ਼ਵਰਾ ਕਰ ਸਕਦੀਆਂ ਨੇ? ਕਿਉਂਕਿ ਉਹ ਸਰਕਾਰੀ ਅਫਸਰ ਨੇ। ਕੁੰਵਰ ਵਿਜੇ ਪ੍ਰਤਾਪ ਵੀ ਇੱਕ ਸਰਕਾਰੀ ਅਫਸਰ ਨੇ। ਕਿਉਂਕਿ ਜਦੋਂ ਉਹਨਾਂ ਨੇ ਸਲਾਹ ਮਸ਼ਵਰਾ ਕੀਤਾ ਐਚ ਫੂਲਕਾ ਉਹਨਾਂ ਨੂੰ, ਮੈਨੂੰ ਨਹੀਂ ਪਤਾ ਉਦੋਂ ਐਚ ਫੂਲਕਾ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਸੀ ਜਾਂ ਨਹੀਂ ਹੋ ਗਿਆ ਸੀ। ਉਹ ਵਕੀਲ ਤਾਂ ਹੈਗੇ ਨੇ ਸੁਪਰੀਮ ਕੋਰਟ ਦੇ, ਪਰ ਉਹ ਵਿਧਾਇਕ ਵੀ ਸੀ ਪੰਜਾਬ ਵਿਧਾਨ ਸਭਾ ਦੇ। ਜਦੋਂ ਵਿਧਾਇਕ ਸੀ ਉਦੋਂ ਮੈਨੂੰ ਲੱਗਦਾ ਉਹ ਵਕਾਲਤ ਨਹੀਂ ਸੀ ਕਰਦੇ, ਪਰ ਫਿਰ ਵੀ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਪਤਾ ਕਰ ਜਵਾਬ ਦੇਣਾ ਪਊਗਾ। ਕੁੰਵਰ ਵਿਜੇ ਪ੍ਰਤਾਪ ਦੀ ਮਨਸ਼ਾ ਤੇ ਕੋਈ ਸਵਾਲ ਨਹੀਂ ਖੜਾ ਹੁੰਦਾ, ਉਹ ਇਮਾਨਦਾਰ ਨੇ। ਪਰ ਕੀ ਜੋ ਕੁਝ ਉਹਨਾਂ ਨੇ ਕੀਤਾ, ਕੀ ਉਹ ਸਾਰਾ ਕੁਝ ਪ੍ਰਕਿਰਿਆ ਦੇ ਤਹਿਤ ਠੀਕ ਸੀ? ਇਹਦਾ ਜਵਾਬ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੂੰ ਹੀ ਆਉਂਦੇ ਸਮੇਂ 'ਚ ਦੇ ਦੇਣਾ ਚਾਹੀਦਾ, ਤਾਂ ਕਿ ਜਿਹੜੇ ਭਰਮ ਭੁਲੇਖੇ ਨੇ ਜਾਂ ਦੂਜੇ ਸਵਾਲ ਕਰਦੇ ਨੇ ਦੂਜੇ ਤੀਜੇ ਲੋਕ, ਉਹਨਾਂ ਦੇ ਸਵਾਲਾਂ ਦਾ ਉੱਤਰ ਵੀ ਦਿੱਤਾ ਜਾ ਸਕੇ। ਜੀ ਬਿਲਕੁਲ। ਸੋ ਉਮੀਦ ਜ਼ਰੂਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਿੱਟ ਦੇ ਉੱਤੇ ਵੀ ਚਰਚਾਵਾਂ ਬਹੁਤ ਵੱਡੀਆਂ ਹੋਣੀਆਂ ਨੇ। ਜੋ ਸਿੱਟ ਹਾਲਾਂਕਿ ਖਾਰਜ ਹੋਗੀ, ਪਰ ਇਸ ਦੀ ਰਿਪੋਰਟਾਂ ਦੇ ਉੱਤੇ ਬਹੁਤ ਗੱਲਾਂ ਹੋਣੀਆਂ ਨੇ। ਡਾਕਟਰ ਸਾਹਿਬ, ਇਸ ਦੇ ਨਾਲ ਹੀ ਵਧਾਂਗੇ ਪੂਰੇ ਮੁਲਕ ਦੇ ਵਿੱਚ ਆਕਸੀਜਨ ਨੂੰ ਲੈ ਕੇ ਚਰਚਾਵਾਂ ਬਹੁਤ ਨੇ। ਕਿਤੇ ਕਿਹਾ ਜਾ ਰਿਹਾ ਆਕਸੀਜਨ ਘਟ ਗਈ, ਤੇ ਕਈ ਜਗ੍ਹਾਵਾਂ ਦੇ ਉੱਤੇ ਆਕਸੀਜਨ ਦੇ ਲੰਗਰ ਦੀਆਂ ਤਸਵੀਰਾਂ ਸਾਹਮਣੇ ਆਈਆਂ। ਤੇ ਇਹ ਸਾਰੇ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਕਿਉਂਕਿ ਪੰਜਾਬ ਦੇ ਵਿੱਚ ਤਾਂ ਇੱਥੋਂ ਤੱਕ ਕਰਤਾ ਕਿ ਜਿੱਥੇ ਆਕਸੀਜਨ ਬਣਦੀ ਹੈ ਉਹਨਾਂ ਕਾਰਖਾਨਿਆਂ ਦੇ ਬਾਹਰ ਹੁਣ ਪੰਜਾਬ ਪੁਲਿਸ ਦੀ ਵੀ ਤਾਇਨਾਤੀ ਹੋ ਚੁੱਕੀ ਹੈ ਕਿ ਕਿਸ ਤਰ੍ਹਾਂ ਆਕਸੀਜਨ ਆਉਣੀ ਜਾਣੀ ਹੈ ਉਸ ਦਾ ਪ੍ਰਬੰਧ ਪੁਲਿਸ ਵੇਖੇਗੀ, ਤੇ ਕਿਤੇ ਵੀ ਫਾਲਤੂ ਵੱਧ ਕਿਤੇ ਇਕੱਠੀ ਨਾ ਕੋਈ ਕਰ ਸਕੇ ਉਸ ਦਾ ਪ੍ਰਬੰਧ ਵੀ ਜਿਹੜਾ ਕੀਤਾ ਜਾ ਰਿਹਾ। ਕਿੱਦਾਂ ਵੇਖ ਰਹੇ ਹੋ? ਦੇਖੋ, ਇਹ ਚੰਗੀ ਗੱਲ ਹੈ। ਆਕਸੀਜਨ ਨੂੰ ਸਾਂਭਣ ਦੀ ਜ਼ਰੂਰਤ ਹੈ, ਔਰ ਪੰਜਾਬ ਦੇ ਸਰਕਾਰ ਨੇ ਹੁਕਮ ਦਿੱਤੇ ਨੇ ਕਿ ਜਿਹੜੀਆਂ ਫੈਕਟਰੀਆਂ ਸੀ ਉੱਥੇ ਵੀ ਹੁਣ ਆਕਸੀਜਨ ਦੀ ਵਰਤੋਂ ਨਹੀਂ ਹੋਏਗੀ, ਔਰ ਮੁਲਕ 'ਚ ਕਈ ਥਾਂ ਆਕਸੀਜਨ ਦੇ ਪਲਾਂਟ ਬੰਦ ਪਏ ਨੇ। ਪੰਜਾਬ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਤੋਂ ਮੰਗ ਕਰ ਰਹੀ ਹੈ ਕਿ ਅਸੀਂ 2 ਪਲਾਂਟ ਚਲਾਉਣੇ ਨੇ, ਸਾਨੂੰ ਮਨਜ਼ੂਰੀ ਦੇ ਦਿਓ। ਤੇ ਇਹ ਕੋਵਿਡ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਹੋ ਜਾਣੀਆਂ ਚਾਹੀਦੀਆਂ ਸੀ। ਗਗਨ, ਅਸਲ 'ਚ ਮੈਂ ਉਹੀ ਗੱਲ ਕਹਿਣਾ ਕਿ ਸਾਡੀਆਂ ਸਰਕਾਰਾਂ ਕਈ ਵਾਰੀ ਜਦੋਂ ਝੱਖੜ ਆ ਜਾਂਦਾ ਫੇਰ ਉੱਠਦੀਆਂ ਨੇ ਤਾਕੀਆਂ ਬੰਦ ਕਰਨ ਲਈ। ਜਿਵੇਂ ਅਸੀਂ ਆਮ ਲੋਕ ਘਰਾਂ 'ਚ ਕਈ ਵਾਰੀ ਰਾਤ ਨੂੰ ਸੁੱਤੇ ਹੁੰਦੇ ਹਾਂ, ਦਰਵਾਜ਼ੇ ਖੋਲ੍ਹ ਕੇ ਹਨੇਰੀ ਆ ਜਾਂਦੀ, ਫਿਰ ਰਾਤ ਨੂੰ ਦਰਵਾਜ਼ੇ ਬੰਦ ਕਰਦੇ ਹਾਂ। ਸੋ ਕਈ ਲੋਕ ਜ਼ਿਆਦਾ ਸਿਆਣੇ ਜਾਗਰੂਕ ਹੁੰਦੇ, ਤਜਰਬੇਕਾਰ ਹੁੰਦੇ ਨੇ, ਉਹ ਰਾਤ ਨੂੰ ਸੌਣ ਤੋਂ ਪਹਿਲਾਂ ਅਸਮਾਨ ਵੱਲ ਜ਼ਰੂਰ ਦੇਖ ਲੈਂਦੇ ਨੇ। ਜੇ ਬੱਦਲ ਹੋਣ ਤੇ ਤਾਕੀਆਂ ਬੰਦ ਕਰਾ ਲੈਂਦੇ ਨੇ ਵੀ ਪੱਖੇ ਚਲਾ ਲਓ। ਸੋ ਉਹਨਾਂ ਦੇ ਕਈਆਂ ਦੇ ਤਾਕੀਆਂ ਦੇ ਸ਼ੀਸ਼ੇ ਟੁੱਟਣੋਂ ਬਚ ਜਾਂਦੇ ਨੇ। ਹੁਣ ਸਾਡੀ ਸਰਕਾਰ ਨੇ ਪਹਿਲਾਂ ਸੁਚੇਤ ਨਹੀਂ ਹੋਈ ਸਾਡੀ ਸਰਕਾਰ, ਔਰ ਉਹਦਾ ਹੀ ਖਾਮਿਆਜ਼ਾ ਅਸੀਂ ਭੁਗਤ ਰਹੇ ਹਾਂ। ਅੱਜ ਦਿੱਲੀ 'ਚ ਮੈਂ ਕੇਜਰੀਵਾਲ ਦਾ ਹੁਣੀ ਪਹਿਲਾਂ ਜ਼ਿਕਰ ਕੀਤਾ ਹੈ। ਪੰਜਾਬ 'ਚ ਵੀ ਕਾਫੀ ਲੋਕ ਨੇ ਜਿਹੜੇ ਹੁਣ ਬਿਮਾਰ ਹੋ ਰਹੇ ਨੇ। ਪੰਜਾਬ 'ਚ ਹਾਲਾਂਕਿ ਦਿੱਲੀ ਔਰ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਹਾਲਾਤ ਮੁਕਾਬਲਤਨ ਕਾਫੀ ਚੰਗੇ ਨੇ। ਉਹਦਾ ਕਾਰਨ ਕੀ ਹੈ? ਕਿਉਂਕਿ ਕੈਪਟਨ ਅਮਰਿੰਦਰ ਨਜ਼ਰਸਾਨੀ ਕਰਦੇ ਨੇ। ਦੇਖੋ, ਇਹਦੇ 'ਚ ਮੈਂ ਪ੍ਰਸ਼ਾਸਕੀ ਪ੍ਰਬੰਧ 'ਚ ਕੈਪਟਨ ਅਮਰਿੰਦਰ ਦਾ ਕੋਈ ਸਾਨੀ ਨਹੀਂ, ਐਡਮਿਨਿਸਟ੍ਰੇਟਿਵ ਕੰਟਰੋਲ 'ਚ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਸਾਨੀ ਨਹੀਂ। ਪ੍ਰਕਾਸ਼ ਸਿੰਘ ਬਾਦਲ ਨਾਲੋਂ ਜ਼ਿਆਦਾ ਚੰਗਾ ਐਡਮਿਨਿਸਟ੍ਰੇਟਿਵ ਪ੍ਰਬੰਧ, ਭਾਵੇਂ ਉਹ ਸਿਵਲ ਹੈ, ਭਾਵੇਂ ਪੁਲਿਸ ਹੈ, ਭਾਵੇਂ ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਹੈ ਸਰਕਾਰੀ ਮਹਿਕਮਿਆਂ ਦਾ, ਉਹ ਕੈਪਟਨ ਅਮਰਿੰਦਰ ਨੇ ਚੰਗਾ ਕੀਤਾ ਹੈ। ਹੁਣ ਵੀ ਪੰਜਾਬ 'ਚ ਆਕਸੀਜਨ ਸਾਡੇ ਕੋਈ ਬਹੁਤੀ ਕਿਤੇ ਕਮੀ ਦੀ ਮੈਨੂੰ ਖਬਰ ਨਹੀਂ ਪਤਾ ਲੱਗੀ। ਜਿਹੜੀ ਅੰਮ੍ਰਿਤਸਰ ਦੀਆਂ ਗੱਲਾਂ ਆ ਰਹੀਆਂ ਨੇ ਉਹ ਵੀ ਜਾਂਚ ਅਧੀਨ ਨੇ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਉਹ ਵੀ ਸ਼ੁੱਧ ਆਕਸੀਜਨ ਦੀ ਕਮੀ ਕਰਕੇ ਜਿਹੜੇ ਮਾਮਲੇ ਆਏ ਨੇ, ਕਿਉਂਕਿ ਹਸਪਤਾਲਾਂ ਵੱਲੋਂ ਕਿਹਾ ਗਿਆ ਕਿ ਆਕਸੀਜਨ ਦੀ ਕਮੀ ਦਾ ਉਹਦੇ ਤੇ ਕੋਈ ਜਿਹੜਾ ਹੈਗਾ ਕਾਰਨ ਨਹੀਂ ਸੀ। ਹੁਣ ਇਹ ਜਾਂਚ ਉਡੀਕਣੀ ਪਊਗੀ। ਪਰ ਪੰਜਾਬ 'ਚ ਜਿਵੇਂ ਕੈਪਟਨ ਅਮਰਿੰਦਰ ਪਹਿਲਾਂ ਵੀ ਕਹਿ ਚੁੱਕੇ ਨੇ, 120 ਮੀਟ੍ਰਿਕ ਟਨ ਸਾਨੂੰ ਆਕਸੀਜਨ ਦੀ ਲੋੜ ਹੈ। ਅਸੀਂ ਆਪਣੇ ਭੰਡਾਰ ਪੰਜਾਬ ਦੇ ਜਿਹੜੇ ਨੇ ਉਹ ਸੁਰੱਖਿਅਤ ਕਰਕੇ ਰੱਖਣੇ ਨੇ ਆਉਂਦੇ ਦਿਨਾਂ 'ਚ। ਹਾਲ ਦੀ ਘੜੀ ਪੰਜਾਬ ਕੋਲੇ ਜਿੰਨੀ ਲੋੜੀਂਦੀ ਆਕਸੀਜਨ ਹੈ ਉਹ ਹੈਗੀ ਹੈ। ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਬਿਆਨ ਆ ਗਏ। ਲੁਧਿਆਣੇ ਵਾਲੇ ਡਿਪਟੀ ਕਮਿਸ਼ਨਰ ਦਾ ਬਿਆਨ ਵੀ ਆਇਆ ਵੀ ਸਾਡੇ ਕੋਲੇ ਆਕਸੀਜਨ ਪੂਰੀ ਹੈ। ਪੰਜਾਬ 'ਚ ਮੋਹਾਲੀ ਤੇ ਲੁਧਿਆਣਾ, ਇਹਨਾਂ ਦੋਨਾਂ ਸ਼ਹਿਰਾਂ 'ਚ ਸਭ ਤੋਂ ਜ਼ਿਆਦਾ ਗਗਨ ਕੇਸ ਆ ਰਹੇ ਨੇ। ਲੁਧਿਆਣਾ 'ਚ ਵੀ ਕਾਫੀ ਜ਼ਿਆਦਾ ਕੇਸ ਆ ਰਹੇ ਨੇ ਪਿਛਲੇ ਕਾਫੀ ਦਿਨਾਂ 'ਚ। ਲੁਧਿਆਣੇ ਦੇ ਡਿਪਟੀ ਕਮਿਸ਼ਨਰ ਵੀ ਲਗਾਤਾਰ ਸਰਗਰਮ ਨੇ। ਉਹਨਾਂ ਦੀ ਗੱਲ ਸੁਣ ਲਈਏ। ਆਕਸੀਜਨ ਦੀ ਕਮੀ ਤੇ ਉਹਨਾਂ ਨੇ ਸਾਫ਼ ਕਿਹਾ ਕਿ ਚਿੰਤਾ ਕਰਨ ਦੀ ਲੋੜ ਨਹੀਂ। ਔਰ ਸਾਡੀ ਵੀ ਅਪੀਲ ਹੈ ਕਿ ਇਸ ਮੌਕੇ ਡਰ ਦਾ, ਤਣਾਅ ਦਾ, ਪੈਨਿਕ ਵਾਲਾ ਮਾਹੌਲ ਬਣਾਉਣ ਦੀ ਜ਼ਰੂਰਤ ਨਹੀਂ ਹੈ। ਪੰਜਾਬ 'ਚ ਅਫਸਰ, ਸਰਕਾਰੀ ਅਮਲਾ ਯਤਨਸ਼ੀਲ ਹੈ, ਪ੍ਰਯਤਨਸ਼ੀਲ ਹੈ, ਕੰਮ ਕਰ ਰਹੇ ਨੇ। ਪੁਲਿਸ ਵੀ ਕੰਮ ਕਰ ਰਹੀ ਹੈ। ਜਿਵੇਂ ਗਗਨ ਉਹਨਾਂ ਨੇ ਦੱਸਿਆ ਕਿ ਆਕਸੀਜਨ ਦੇ ਵੱਖ-ਵੱਖ ਲਿਜਾਉਣ ਲਈ ਆਕਸੀਜਨ ਦੀ ਨਜ਼ਰਸਾਨੀ ਲਈ ਪੁਲਿਸ ਦੀ ਡਿਊਟੀ ਲੱਗੀ ਹੈ। ਇਹ ਚੰਗੀ ਗੱਲ ਹੈ। ਜਦੋਂ ਪੁਲਿਸ ਦੀ ਡਿਊਟੀ ਲੱਗਦੀ ਹੈ ਤੇ ਚੋਰੀ ਚਕਾਰੀ ਨਿਸ਼ਚਿਤ ਤੌਰ ਤੇ ਆਕਸੀਜਨ ਵਰਗੀ ਜਿਹੜੀ ਸੋਨਾ ਨੁਮਾ ਚੀਜ਼ ਆ ਅੱਜ ਦੇ ਸਮੇਂ 'ਚ ਉਹਦੀ ਘਟੂਗੀ। ਔਰ ਡਿਪਟੀ ਕਮਿਸ਼ਨਰ ਦੀ ਗੱਲ ਸੁਣ ਲਈਏ ਕਿ ਲੁਧਿਆਣੇ 'ਚ ਆਕਸੀਜਨ ਦੀ ਕੋਈ ਕਮੀ ਨਹੀਂ।
25 ਤਰੀਕ ਨੂੰ ਬਹੁਤ ਸਾਰੇ ਲੋਕਾਂ ਦੀਆਂ ਕੁਐਰੀਜ਼ ਨੇ ਕੀ ਬੰਦ ਹੋਊਗਾ ਕੀ ਖੁੱਲੂਗਾ। ਪਹਿਲੀ ਗੱਲ ਤਾਂ ਇਹ ਹੈ ਕਿ ਸਾਰੀਆਂ ਦੁਕਾਨਾਂ ਸਾਰੇ ਦੇ ਸਾਰੇ ਮਾਲ, ਸਾਰੇ ਰੈਸਟੋਰੈਂਟ, ਸਾਰੇ ਹੋਟਲਾਂ ਦੇ ਅੰਦਰ ਜਿਹੜੇ ਰੈਸਟੋਰੈਂਟ ਨੇ ਸਾਰੇ ਦੇ ਸਾਰੇ ਬੰਦ ਰਹਿਣਗੇ ਐਸੈਂਸ਼ੀਅਲ ਸਪਲਾਈਜ਼ ਨੂੰ ਛੱਡ ਕੇ। ਕਈ ਲੋਕ ਐਸੈਂਸ਼ੀਅਲ ਸਪਲਾਈਜ਼ ਦਾ ਬਹਾਨਾ ਲਾ ਕੇ ਕਈਆਂ ਨੂੰ ਇਹ ਹੈ ਕਿ ਸ਼ਾਇਦ ਕੋਈ ਦੁਕਾਨਾਂ ਖੋਲ੍ਹ ਲੈਣ। ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਕੇਵਲ ਅਤੇ ਕੇਵਲ ਕੈਮਿਸਟਾਂ ਦੀਆਂ ਦੁਕਾਨਾਂ ਜਾਂ ਜਿਹੜਾ ਕੋਈ ਬਿਜ਼ਨਸ ਆਕਸੀਜਨ ਦੇ ਨਾਲ ਡੀਲ ਕਰਦਾ ਹੈਗਾ ਉਹ, ਜਾਂ ਹਸਪਤਾਲ, ਸਿਰਫ ਇਹ ਖੁੱਲ੍ਹਣਗੇ। ਇਸ ਤੋਂ ਇਲਾਵਾ ਕੋਈ ਵੀ ਦੁਕਾਨਾਂ, ਚਾਹੇ ਕਿ ਉਸ 'ਚ ਕੋਈ ਦੁੱਧ ਦੀ ਹੋਵੇ, ਚਾਹ ਦੀ ਹੋਵੇ, ਕੋਈ ਸਬਜ਼ੀਆਂ ਦੀ ਹੋਵੇ, ਕੋਈ ਰਾਸ਼ਨ ਦੀ ਹੋਵੇ, ਕੋਈ ਦੁਕਾਨ ਨਹੀਂ ਖੁੱਲੂਗੀ। ਕਿਉਂਕਿ ਇੱਕ ਦਿਨ ਦੇ ਵਿੱਚ ਕੋਈ ਐ ਨਹੀਂ ਹੈ ਵੀ ਘਰ 'ਚ ਕੋਈ ਸਬਜ਼ੀਆਂ ਦਾ ਜਾਂ ਦੁੱਧ ਦਾ ਸਟਾਕ ਖਤਮ ਹੋ ਜਾਂਦਾ। ਮੇਰੀ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਜੋ ਆਪਣਾ ਦੁੱਧ ਦਾ ਜਾਂ ਸਬਜ਼ੀ ਦਾ ਜਾਂ ਜੋ ਵੀ ਚੀਜ਼ ਤੁਸੀਂ ਰੱਖਣੀ ਹੈ ਇੱਕ ਦਿਨ ਦੇ ਲਈ, ਸੰਡੇ ਦੇ ਲਈ ਰੱਖ ਲਓ। ਹਾਂ, ਜਿਹੜੇ ਦੁੱਧੀ ਵੀਰ ਹੈਗੇ ਆ ਜਾਂ ਵੇਰਕਾ ਵਾਲਿਆਂ ਨੇ, ਕੋਈ ਪੈਕਟਾਂ ਵਾਲਿਆਂ ਨੇ, ਕੋਈ ਉਹਨਾਂ ਦੇ ਜਿਹੜੇ ਵੈਂਡਰ ਨੇ, ਉਹ ਘਰੋਂ ਘਰੀ ਰੇਹੜੀਆਂ 'ਤੇ ਜਾ ਕੇ ਆਪਣਾ ਦੁੱਧ ਦੀ ਸਪਲਾਈ ਕਰ ਸਕਦੇ ਆ, ਪਰ ਉਹ ਆਪਦੀ ਦੁਕਾਨ ਖੋਲ੍ਹ ਕੇ ਉੱਥੇ ਬੈਠ ਕੇ ਭੀੜ ਨਹੀਂ ਲਵਾਉਣਗੇ। ਇਸ ਤੋਂ ਇਲਾਵਾ ਅੱਗੇ ਮੈਂ ਸਪਸ਼ਟ ਇਹ ਕਰਨਾ ਚਾਹੁੰਦਾ ਕਿ ਜਿਹੜੀ ਇੰਡਸਟਰੀ ਹੈ ਉਹਨਾਂ ਨੂੰ ਇੰਡਸਟਰੀ ਖੋਲ੍ਹ ਕੇ ਇੰਡਸਟਰੀ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਚਾਲੂ ਰਹਿ ਸਕਦੀ ਹੈ। ਇਸੇ ਤਰ੍ਹਾਂ ਹੀ ਹਾਈਵੇ ਦੇ ਉੱਪਰ ਜਿਹੜੀ ਟ੍ਰੈਫਿਕ ਹੈਗੀ ਹੈ, ਕੋਈ ਲੰਘ ਰਹੀ ਹੈ, ਉਹ ਵੀ ਆ ਜਾ ਸਕਦੇ ਨੇ। ਕੋਈ ਵੀ ਜਿਹੜੀ ਚੀਜ਼ ਹੈਗੀ ਹੈ ਉਹ ਲੋਕਾਂ ਦੇ ਲਈ ਔਰ ਲੋਕਾਂ ਦੇ ਸਹਿਯੋਗ ਨਾਲ ਲਗਾਈ ਜਾਂਦੀ ਹੈ। ਇਸ 'ਚ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਆਪਾਂ ਇੱਕ ਦਿਨ ਲਈ ਸਬਰ ਕਰੀਏ ਔਰ ਇੱਕ ਦਿਨ ਲਈ ਸਾਰਾ ਕੁਝ ਬੰਦ ਰੱਖੀਏ, ਦਵਾਈਆਂ ਤੋਂ ਇਲਾਵਾ, ਹਸਪਤਾਲਾਂ ਤੋਂ ਇਲਾਵਾ। ਤੁਸੀਂ ਡਿਪਟੀ ਕਮਿਸ਼ਨਰ ਦੀ ਗੱਲ ਸੁਣੀ। ਇਸੇ ਤਰ੍ਹਾਂ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਦਾ ਵੀ ਬਿਆਨ ਹੈ ਕਿ ਆਕਸੀਜਨ ਦੀ ਕਮੀ ਨਹੀਂ ਹੈ ਪੰਜਾਬ ਦੇ ਵਿੱਚ, ਪਰ ਅਸੀਂ ਕੇਂਦਰ ਨੂੰ ਲਿਖਿਆ ਹੋਇਆ ਹੈ ਕਿ ਪੰਜਾਬ ਦੇ ਜਿਹੜਾ ਹਿੱਸੇ ਦੀ ਆਕਸੀਜਨ ਹੈ ਉਹਦੀ ਸਪਲਾਈ ਹੈ ਜਿਹੜੀ ਸਾਨੂੰ ਨਿਰਵਿਘਨ ਆਵੇ ਔਰ ਸਾਡੀ ਜ਼ਰੂਰਤ ਦੇ ਮੁਤਾਬਕ ਸਾਨੂੰ ਵੀ ਆਕਸੀਜਨ ਦਿੱਤੀ ਜਾਵੇ। ਹਾਲਾਂਕਿ ਪਰਸੋਂ ਰਾਤ ਤੱਕ ਦੇ ਪੰਜਾਬ 'ਚ ਕੋਵਿਡ ਦੇ ਕੇਸ ਸੀਗੇ, ਉਹਨਾਂ ਦਾ ਅੰਕੜਾ ਗਗਨ ਇੱਕ ਵਾਰੀ ਵਧਿਆ ਸੀ, 6000 ਤੋਂ ਵਧਿਆ ਸੀ। ਪਰ ਆਸ ਕਰਦੇ ਹਾਂ ਕਿ ਹੁਣ, ਕਿਉਂਕਿ ਅੱਜ ਐਤਵਾਰ ਹੈ, ਅੱਜ ਮੁਕੰਮਲ ਲਾਕਡਾਊਨ ਹੈ, ਅੱਜ ਸਾਰਾ ਦਿਨ ਪੰਜਾਬ 'ਚ ਲਾਕਡਾਊਨ ਹੈ। ਕੈਪਟਨ ਅਮਰਿੰਦਰ ਦੇ ਵੀ ਹੁਕਮ ਆ ਗਏ, ਡਿਪਟੀ ਕਮਿਸ਼ਨਰਾਂ ਦੇ ਵੀ ਆ ਗਏ। ਸਿਰਫ ਜਿਹੜੇ ਹਸਪਤਾਲ ਨਾਲ ਜੁੜੀਆਂ ਹਸਪਤਾਲ ਖੁੱਲ੍ਹਣਗੇ ਜਿੱਥੇ ਇਲਾਜ ਚੱਲਦੇ ਨੇ, ਅਤੇ ਮੈਡੀਕਲ ਸ਼ਾਪਸ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਲਗਭਗ ਮਾਲ ਵਗੈਰਾ, ਜਿਮ, ਜਿਹੜੀਆਂ ਹੋਰ ਅਦਾਰੇ ਨੇ, ਦੁਕਾਨਾਂ ਨੇ, ਸਾਰੀਆਂ ਹੀ ਬੰਦ ਰਹਿਣਗੀਆਂ। ਸੋ ਤੁਹਾਡੇ ਜ਼ਿਲ੍ਹੇ 'ਚ ਕੀ ਖੁੱਲ੍ਹ ਸਕਦਾ ਹੈ, ਤੁਸੀਂ ਆਪਣੇ ਜ਼ਿਲ੍ਹੇ ਦੇ ਜਿਹੜੇ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਉਹਨਾਂ ਦੇ ਹੁਕਮਾਂ ਨੂੰ ਇੱਕ ਵਾਰੀ ਜ਼ਰੂਰ ਪੜ੍ਹੋ। ਅਗਰ ਕੋਈ ਵਿਸ਼ੇਸ਼ ਛੂਟ ਕਿਸੇ ਤਰ੍ਹਾਂ ਦੀ ਤੁਹਾਡੇ ਜ਼ਿਲ੍ਹੇ 'ਚ ਕਿਸੇ ਨੂੰ ਹੈ ਤੇ ਉਹ ਡਿਪਟੀ ਕਮਿਸ਼ਨਰਾਂ ਦੇ ਹੁਕਮਾਂ ਦੇ ਨਾਲ ਹੀ ਮਿਲਣੀ ਹੈ। ਔਰ ਇਸ ਕਰਕੇ ਜਿਹੜਾ ਇਹ ਲਾਕਡਾਊਨ ਹੈ ਅੱਜ ਦਾ ਗਗਨ, ਇਹਦਾ ਬੜਾ ਪ੍ਰਭਾਵੀ ਫਰਕ ਪੈਣਾ ਹੈ। ਇਹਦੇ ਨਾਲ ਵੀ ਅੱਜ ਚੇਨ ਬ੍ਰੇਕ ਹੋਊਗੀ ਔਰ ਅਸੀਂ ਸਾਰੇ ਆਸ ਕਰਾਂਗੇ। ਵੈਸੇ ਤਾਂ ਪੰਜਾਬ 'ਚ ਲੋਕ 8 ਤੋਂ ਜਿਹੜਾ ਸਵੇਰ ਦਾ 5 ਵਜੇ ਦਾ ਕਰਫਿਊ ਹੈ ਉਹਦੀ ਬੜੀ ਕੜਾਈ ਨਾਲ ਪਾਲਣਾ ਕਰ ਰਹੇ ਨੇ, ਲੋਕ ਸਖਤੀ ਨਾਲ ਪਾਲਣਾ ਕਰ ਰਹੇ ਨੇ। ਗਗਨ, ਹੁਣ ਨਹੀਂ ਉਹ ਸਥਿਤੀਆਂ ਕਿ 8 ਵਜੇ ਤੋਂ ਬਾਅਦ ਦੁਕਾਨਾਂ ਖੁੱਲ੍ਹੀਆਂ ਹੋਣ, ਬਿਲਕੁਲ 8 ਵਜੇ ਤੋਂ ਬਾਅਦ ਬਾਜ਼ਾਰਾਂ 'ਚ ਰੌਣਕਾਂ ਹੋਣ, ਕਿਉਂਕਿ ਲੋਕ ਖੁਦ ਅਵੇਅਰ ਹੋ ਗਏ, ਲੋਕ ਸਮਝ ਗਏ। ਬਹੁਤ ਸਾਰੇ ਲੋਕ ਜਿਹੜੇ ਪਹਿਲਾਂ ਕਹਿੰਦੇ ਸੀ ਇਹ ਕੋਵਿਡ ਕੁਛ ਨਹੀਂ, ਇਹ ਕੁਛ ਨਹੀਂ, ਇੱਕ ਸਧਾਰਨ ਬੁਖਾਰ ਹੈ। ਬਿਲਕੁਲ ਸਧਾਰਨ ਬੁਖਾਰ ਹੋ ਸਕਦਾ ਹੈ, ਪਰ ਸਾਰਿਆਂ ਲਈ ਸਧਾਰਨ ਨਹੀਂ, ਸਾਰਿਆਂ ਲਈ ਸਧਾਰਨ ਨਹੀਂ। ਇਸ ਕਰਕੇ ਆਪਾਂ ਹਲਕੇ ਤੋਂ ਹਲਕੇ ਬੁਖਾਰ ਨੂੰ ਵੀ ਇਹ ਮੰਨ ਕੇ ਆਪਾਂ ਆਪਣੇ ਆਪ ਨੂੰ ਅਲੱਗ ਕਰ ਲੈਣਾ ਵੀ ਕਿਤੇ ਕੋਵਿਡ ਨਾ ਹੋਵੇ। ਜ਼ਰੂਰੀ ਨਹੀਂ ਕਿ ਸਾਰੇ ਬੁਖਾਰ ਕੋਵਿਡ ਹੋਣ, ਕਿਸੇ ਨੂੰ ਵੈਸੇ ਬੁਖਾਰ ਵੀ ਹੋ ਸਕਦਾ ਹੈ, ਪਰ ਆਪਾਂ ਹਰ ਬੁਖਾਰ ਨੂੰ ਪਹਿਲਾਂ ਕੋਵਿਡ ਮੰਨ ਕੇ ਆਪਣੇ ਆਪ ਨੂੰ ਵੱਖਰਾ ਕਰ ਲੈਣਾ ਤਾਂ ਕਿ ਪਰਿਵਾਰ 'ਚ ਹੋਰ ਕੋਈ ਬਿਮਾਰ ਨਾ ਹੋਵੇ। ਔਰ ਹਰ ਕਿਸੇ ਨੂੰ ਡਰਨ ਦੀ ਲੋੜ ਨਹੀਂ, ਹਰ ਕਿਸੇ ਨੂੰ ਆਕਸੀਜਨ ਦੀ ਲੋੜ ਨਹੀਂ ਹੈ। ਬਹੁਤ ਘੱਟ ਲੋਕਾਂ ਨੂੰ ਆਕਸੀਜਨ ਦੀ ਲੋੜ ਪੈਂਦੀ ਹੈ ਔਰ ਇਸ ਕਰਕੇ ਉਨੇ ਕੁ ਲੋਕਾਂ ਲਈ ਆਕਸੀਜਨ ਦਾ ਇੰਤਜ਼ਾਮ ਹੈ। ਅਗਰ ਜ਼ਰੂਰੀ ਨਹੀਂ ਹੈ ਤੇ ਹਸਪਤਾਲ ਵੱਲ ਨੂੰ ਨਾ ਭੱਜੋ, ਉਹਦੇ ਨਾਲ ਡਰ, ਪੈਨਿਕ ਪੈਦਾ ਹੁੰਦਾ ਹੈ। ਅਗਰ ਤੁਸੀਂ ਘਰ 'ਚ ਆਈਸੋਲੇਟ ਹੋ ਸਕਦੇ ਹੋ। ਦੇਖੋ ਗਗਨ, ਮੈਂ ਜਦੋਂ ਪਹਿਲੀ ਵਾਰੀ ਕੋਵਿਡ ਆਇਆ ਉਦੋਂ ਸਰਕਾਰ ਕਹਿੰਦੀ ਸੀ ਕਿ ਮਰੀਜ਼ ਹਸਪਤਾਲਾਂ 'ਚ ਆਉਣ, ਕੋਈ ਵੀ ਕੋਵਿਡ ਹੈ ਤੇ ਉਹਦੇ ਬਾਰੇ ਦੱਸ ਦਿਓ ਤਾਂ ਕਿ ਉਹਨੂੰ ਹਸਪਤਾਲ ਲੈ ਜਾਈਏ। ਉਦੋਂ ਲੋਕ ਹੱਥ ਬੰਨ੍ਹਦੇ ਸੀ ਸਰਕਾਰ ਅੱਗੇ ਵੀ ਸਾਨੂੰ ਘਰ 'ਚ ਰਹਿ ਲੈਣ ਦਿਓ, ਅਸੀਂ ਘਰੇ ਠੀਕ ਹੋ ਜਾਵਾਂਗੇ। ਤੇ ਹੁਣ ਜਦੋਂ ਲੋਕਾਂ ਨੂੰ ਘਰਾਂ 'ਚ ਰਹਿਣ ਦਾ ਮੌਕਾ ਹੈ ਤੇ ਹੁਣ ਲੋਕ ਹਸਪਤਾਲਾਂ ਨੂੰ, ਕਈ ਲੋਕ ਭੱਜ ਰਹੇ ਨੇ। ਬਿਲਕੁਲ ਨਹੀਂ ਭੱਜਣਾ ਚਾਹੀਦਾ। ਹਸਪਤਾਲ ਸਿਰਫ ਉਦੋਂ ਜਾਣਾ ਜਦੋਂ ਤੁਹਾਨੂੰ ਸਾਹ ਲੈਣ 'ਚ ਦਿੱਕਤ ਹੋਵੇ ਜਾਂ ਜਿਹੜੀਆਂ ਜ਼ਰੂਰੀ ਸ਼ਰਤਾਂ ਨੇ ਸਰਕਾਰ ਦੀਆਂ। 104 ਨੰਬਰ ਹੈ, ਉੱਥੇ ਤੁਰੰਤ ਫੋਨ ਕਰੋ। ਪਰਿਵਾਰ 'ਚ ਕੋਈ ਵੀ ਬਿਮਾਰ ਹੈ, ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ, 104 ਤੇ ਇਹ ਹੈਲਪਲਾਈਨ ਨੰਬਰ ਹੈ, ਇਹਦੇ ਤੇ ਫੋਨ ਕਰੋ। ਉਹਨਾਂ ਨੇ ਤੁਹਾਨੂੰ ਤੁਰੰਤ ਦੱਸ ਦੇਣਾ ਤੁਹਾਡੀ ਆਕਸੀਜਨ ਕਿੰਨੀ ਹੋਣੀ ਚਾਹੀਦੀ ਹੈ, ਤੁਸੀਂ ਕੀ ਸਾਵਧਾਨੀਆਂ। ਔਰ ਜੇ ਤੁਹਾਨੂੰ ਬੁਖਾਰ ਹੁੰਦਾ ਆਪਣਾ ਟੈਸਟ ਕਰਾਓ। ਜੇ ਤੁਸੀਂ ਟੈਸਟ ਕਰਾਤਾ ਤੇ ਪੰਜਾਬ ਸਰਕਾਰ ਦੇ ਜਿਹੜੇ ਸਿਹਤ ਮਹਿਕਮੇ ਦੇ ਲੋਕ ਨੇ ਉਹ ਤੁਹਾਡੇ ਨਾਲ ਆਪ ਟੈਲੀਫੋਨ ਤੇ ਸੰਪਰਕ 'ਚ ਰਹਿੰਦੇ ਸੀ। ਗਗਨ, ਜਦੋਂ ਮੈਂ ਬਿਮਾਰ ਸੀ ਮੈਨੂੰ ਹਰ ਰੋਜ਼ ਲਗਭਗ ਫੋਨ ਆਉਂਦਾ ਸੀ ਸਿਹਤ ਮਹਿਕਮੇ ਦੇ ਅਧਿਕਾਰੀ ਦਾ, ਕਿਸੇ ਨਾ ਕਿਸੇ ਅਫਸਰ ਦਾ ਕਾਲ ਸੈਂਟਰ ਤੋਂ ਫੋਨ ਆਉਂਦਾ ਸੀ। ਮੇਰਾ ਪੁੱਛਦੇ ਸੀ ਬੁਖਾਰ ਕਿੰਨਾ ਹੈ, ਅੱਜ ਤੁਹਾਡਾ ਕੋਈ ਸਾਹ ਦੀ ਪ੍ਰੋਬਲਮ ਤਾਂ ਨਹੀਂ ਹੋਈ, ਕੋਈ ਤੁਹਾਡਾ ਪੇਟ ਤਾਂ ਨਹੀਂ ਖਰਾਬ, ਕੋਈ
ਹੋਰ ਤਰ੍ਹਾਂ ਦੀ ਦਿੱਕਤ ਹੋਵੇ, ਸਾਰੀਆਂ ਗੱਲਾਂ ਉਹ ਫੋਨ ਤੇ ਪੁੱਛਦੇ ਨੇ। ਤੁਸੀਂ ਉਹਨਾਂ ਨੂੰ ਆਪਣੀ ਸਾਰੀ ਗੱਲ ਦੱਸੋ ਤਾਂ ਕਿ ਤੁਹਾਡਾ ਇੱਕ ਰਿਕਾਰਡ ਉਹਨਾਂ ਕੋਲੇ ਬਣਦਾ ਰਵੇ, ਤੇ ਜ਼ਰੂਰਤ ਸਮੇਂ ਤੁਸੀਂ ਉੱਥੇ ਹੀ ਫੋਨ ਕਰ ਲਓ 104 ਨੰਬਰ ਤੇ ਤੁਹਾਡਾ ਬਹੁਤ ਉਹ ਚੰਗਾ ਵਕਤ ਜਿਹੜਾ ਹੈਗਾ ਕਢਾਉਣਗੇ। ਸੋ ਇਸ ਕਰਕੇ ਗੱਲ ਇਹ ਹੈ ਵੀ ਅਸੀਂ ਵੀ ਜਾਗਰੂਕ ਹੋਈਏ, ਉਹਨਾਂ ਲੋਕਾਂ ਦੇ ਪਿੱਛੇ ਨਾ ਲੱਗੀਏ ਜਿਹੜੇ ਲੋਕ ਕਹਿੰਦੇ ਨੇ ਇਹ ਕੁਛ ਨਹੀਂ। ਸੋ ਜਿਨ੍ਹਾਂ ਨੂੰ ਦਿੱਕਤਾਂ ਆਈਆਂ ਨੇ ਉਹਨਾਂ ਨੂੰ ਹੀ ਪਤਾ ਹੈ। ਇਸ ਕਰਕੇ ਠੀਕ ਹੈ, ਡਰਨਾ ਨਹੀਂ, ਮਨੋਵਿਗਿਆਨਿਕ ਤੌਰ ਦੇ ਉੱਤੇ ਮਜ਼ਬੂਤ ਰਹਿਣਾ ਹੈ, ਪਰ ਸੁਚੇਤ ਰਹਿਣਾ ਹੈ। ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਬਿਲਕੁਲ। ਸੋ ਉਮੀਦ ਜ਼ਰੂਰ ਇਹੀ ਆ ਕਿ ਸਾਰੇ ਅਸੀਂ ਇਸ ਮਹਾਮਾਰੀ ਤੋਂ ਬਚ ਕੇ ਰਹਾਂਗੇ ਤੇ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਾਂਗੇ। ਜੇ ਕਿਸੇ ਦੀ ਰਿਪੋਰਟ ਪੋਜ਼ਿਟਿਵ ਵੀ ਆਈ ਆ ਤਾਂ ਉਹ ਮਨੋਵਿਗਿਆਨਿਕ ਤੌਰ ਦੇ ਉੱਤੇ ਜ਼ਰੂਰ ਜਿਹੜਾ ਆਪਣੇ ਆਪ 'ਚ ਕਮਜ਼ੋਰੀ ਨਾ ਲਿਆਉਣ, ਕਿਉਂਕਿ ਇਹ ਬਿਮਾਰੀ ਖਤਰਨਾਕ ਜ਼ਰੂਰ ਹੈ ਪਰ ਇੰਨੀ ਖਤਰਨਾਕ ਨਹੀਂ ਕਿ ਅਸੀਂ ਇਸ ਤੋਂ ਡਰ ਕੇ ਬੈਠ ਜਾਈਏ। ਔਰ ਸੋਮ ਪ੍ਰਕਾਸ਼ ਜਿਹੜੇ ਪੰਜਾਬ 'ਚੋਂ ਕੈਬਨਿਟ ਮੰਤਰੀ ਨੇ ਕੇਂਦਰ 'ਚ, ਜੀ ਸੋਮ ਪ੍ਰਕਾਸ਼ ਹੁਸ਼ਿਆਰਪੁਰ ਦੇ MP ਨੇ, ਉਹਨਾਂ ਨੂੰ ਵੀ ਹੁਣ ਹਸਪਤਾਲ 'ਚ, ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਉਹਨਾਂ ਨੂੰ ਭੇਜਿਆ ਗਿਆ। ਸੋ ਉਹਨਾਂ ਦੀ ਜਿਹੜੀ ਉਹ ਵੀ ਜਿਹੜੇ ਨੇ ਪੋਜ਼ਿਟਿਵ ਨੇ, ਉਹ ਵੀ ਹੁਣ ਬਿਮਾਰ ਨੇ। ਜੀ ਜੀ। ਸੋ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ। ਫਿਰ ਅਗਲੇ ਪ੍ਰੋਗਰਾਮ ਦੇ ਵਿੱਚ